ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਾਧ ਸੰਗਤ ਜੀਓ, ਸੰਗਤ ਰੂਪ ਦੇ ਵਿੱਚ ਜੁੜ ਕੇ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰੀਏ, ਸਤਿਗੁਰਾਂ ਦੇ ਉਪਦੇਸ਼ ਨੂੰ ਸਮਝੀਏ, ਮੰਨੀਏ, ਕਮਾਉਣ ਦੀ ਕੋਸ਼ਿਸ਼ ਕਰੀਏ। ਆਪਾਂ ਵਿਚਾਰ ਰਹੇ ਹਾਂ ਧਨਾਸਰੀ ਰਾਗ ਦੀ ਬਾਣੀ ਮਹੱਲੇ ਪੰਜਵੇਂ ਦੀ। ਧਨਾਸਰੀ ਮਹੱਲਾ ਪੰਜਵਾਂ। ਧਨਾਸਰੀ ਰਾਗ ਦੇ ਵਿੱਚ ਮਹੱਲੇ ਪੰਜਵੇਂ ਦਾ ਸ਼ਬਦ ਹੈ। ਰਹੋ ਪੰਕਤੀਆਂ ਨੇ। ਜਾਕੋ ਆਇਓ ਏਕ ਰਸਾ, ਖਾਨ ਪਾਨ ਆਨ ਨਹੀਂ ਖੋਦਿਆ, ਤਾਂ ਕੈ ਚਿਤ ਨਾ ਬਸਾ। ਕਿ ਜਿਸ ਨੂੰ ਉਸ ਪ੍ਰੇਮ ਰਸ, ਪ੍ਰਭੂ ਦੇ ਨਾਮ ਦਾ ਰਸ ਆ ਗਿਆ, ਜਿਹੜੇ ਹੋਰ ਮਨ ਜਿਹੜਾ ਹੈ, ਹੋਰ ਜਿਹੜੇ ਖਾਣੇ ਨੇ, ਉਹਨਾਂ ਦੇ ਵਿੱਚ ਨਹੀਂ ਫਿਰ ਖੁੱਲਦਾ। ਉਹ ਚੀਜ਼ਾਂ ਉਹਦੇ ਚਿੱਤ ਵਿੱਚ ਨਹੀਂ ਬਸਦੀਆਂ, ਮਨ ਵਿੱਚ ਨਹੀਂ ਬਸਦੀਆਂ, ਜਿਹਨੂੰ ਪ੍ਰਭੂ ਦੇ ਨਾਮ ਦਾ ਰਸ ਆ ਜਾਂਦਾ ਹੈ। ਮਨ ਹੋਰ ਰਸਾਂ ਤੋਂ ਨਿਰਲੇਪ ਹੋ ਜਾਂਦਾ ਹੈ, ਜਿਸ ਨੂੰ ਪ੍ਰਭੂ ਦੇ ਨਾਮ ਦਾ ਰਸ ਆ ਜਾਂਦਾ ਹੈ। ਉਹਦੇ ਚਿੱਤ ਦੇ ਵਿੱਚ ਹੋਰ ਜਿਹੜੇ ਰਸ ਉਹ ਨਹੀਂ ਬਸਦੇ। ਇਹ ਰਹੋ ਪੰਕਤੀਆਂ ਨੇ। ਲਵੇ ਨਾ ਲਾਗਣ ਕੋ ਹੈ ਕਛੂਏ, ਜਾ ਕੋ ਫਿਰ ਇਹ ਤਾਵੈ। ਸਮਝਾਉਂਦੇ ਨੇ ਫਿਰ ਜਦੋਂ ਹੋਰ ਪਾਸੇ ਜਿਹੜਾ ਤਾਉਂਦਾ ਹੈ, ਉਹ ਫਿਰ ਨੇੜੇ ਨਹੀਂ ਆਉਂਦਾ। ਜਾਂ ਉਸ ਪ੍ਰਭੂ ਦੇ ਨੇੜੇ ਜੇ ਕੋਈ ਜੀਵ ਜਾਣਾ ਚਾਹੁੰਦਾ ਹੈ, ਉਸ ਪ੍ਰਭੂ ਦੇ ਲਵੇ ਨਹੀਂ ਲੱਗ ਸਕਦਾ ਜਦ ਤੱਕ ਗਿਆਨ ਨਹੀਂ ਲੈਂਦਾ। ਲਵੇ ਨਾ ਲਾਗਣ ਕੋ ਹੈ ਕਛੂਏ, ਜਾ ਕੋ ਫਿਰ ਇਹ ਤਾਵੈ। ਜਾ ਕੋ ਗੁਰ ਦੀਨੋ ਹੈ ਅੰਮ੍ਰਿਤ, ਤਿਸ ਹੀ ਕੋ ਬਣ ਆਵੈ। ਕਿਉਂਕਿ ਜਿਹੜਾ ਅੰਮ੍ਰਿਤ ਰਸ ਹੈ, ਜਿਹੜਾ ਹਰ ਰਸ ਹੈ, ਜਿਹਨੂੰ ਗੁਰ ਆਪ ਦਿੰਦਾ ਹੈ, ਇਹ ਮੰਤਰ, ਇਹ ਅੰਮ੍ਰਿਤ ਪਿਲਾਉਂਦਾ ਹੈ, ਉਸ ਨੂੰ ਅੰਮ੍ਰਿਤ ਰਸ ਆ ਜਾਂਦਾ ਹੈ। ਹਰ ਕੋਈ ਇਸ ਰਸ ਨੂੰ ਪ੍ਰਾਪਤ ਨਹੀਂ ਕਰ ਸਕਦਾ, ਹਰ ਕੋਈ ਇਸ ਰਸ ਦੇ ਲਵੇ ਨਹੀਂ ਜਾ ਸਕਦਾ, ਪਰ ਜਿਹਨੂੰ ਇਹ ਰਸ ਆ ਜਾਂਦਾ ਹੈ, ਉਸ ਨੂੰ ਹੋਰ ਰਸ ਵਿਸਰ ਜਾਂਦੇ ਹਨ। ਮੌਲਿਓ ਮਨ ਤਨ ਹੋਇਓ ਹਰਿਆ, ਏਕ ਬੂੰਦ ਜਿਨ ਪਾਈ। ਇੱਕ ਬੂੰਦ, ਇੱਕ ਗੁਰ ਦਾ ਗਿਆਨ, ਇੱਕ ਸ਼ਬਦ, ਇੱਕ ਸਿੱਖ, ਜਿਹੜੇ ਜੀਵ ਇਸ ਨੂੰ ਪ੍ਰਾਪਤ ਕਰ ਲੈਂਦਾ ਹੈ, ਉਹਦਾ ਮਨ ਤਨ ਮੌਲਿਆ ਜਾਂਦਾ ਹੈ, ਉਸ ਮਾਲਕ ਦੇ ਵਿੱਚ ਪ੍ਰਕਾਸ਼ ਹੋ ਕੇ ਉਸ ਵਿੱਚ ਸਮਾ ਜਾਂਦਾ ਹੈ। ਵਰਨਾ ਸਾਕੂ ਉਸਤਤਾ ਕੀ ਕੀਮਤ ਕਹਿਣ ਨਾ ਜਾਈ। ਤੇ ਮਨ ਵੀ ਪ੍ਰਕਾਸ਼ ਹੋ ਜਾਂਦਾ, ਪ੍ਰਭੂ ਵੀ ਪ੍ਰਕਾਸ਼ ਹੈ। ਵਰਣਨ ਦੇ ਵਿੱਚ ਨਹੀਂ ਆਉਂਦਾ, ਵਰਣਨ ਨਹੀਂ ਕੀਤਾ ਜਾ ਸਕਦਾ ਉਸਦਾ। ਉਸਤਤ ਵਰਣਨ ਦੇ ਵਿੱਚ ਨਹੀਂ ਆਉਂਦੀ, ਕੋਈ ਕੀਮਤ ਨਹੀਂ ਹੈ। ਜਿਨ੍ਹਾਂ ਨੂੰ ਉਹ ਰਸ ਆ ਜਾਂਦਾ ਹੈ, ਉਹ ਵਰਣਨ ਨਹੀਂ ਕੀਤਾ ਜਾ ਸਕਦਾ, ਤੇ ਉਸ ਦੀ ਕੀਮਤ ਵੀ ਨਹੀਂ ਹੈ, ਕਿਉਂਕਿ ਗੁਰ ਦੇ ਦੁਆਰਾ ਹੀ ਪ੍ਰਾਪਤ ਹੁੰਦਾ ਹੈ, ਦੂਜੇ ਨੂੰ ਇਹ ਪ੍ਰਾਪਤ ਨਹੀਂ ਹੁੰਦਾ। ਕਾਲ ਨਾ ਮਿਲਿਓ, ਸੇਵ ਨਾ ਮਿਲਿਓ, ਮਿਲਿਓ ਆਏ ਅਚਿੰਤਾ। ਜੇ ਬੰਦਾ ਕਹੇ ਵੀ ਆਪਣੀ ਕਾਲ ਨਾ ਕਾਲ ਕੇ, ਆਪਣੀ ਸੇਵਾ ਕਰਕੇ ਉਸ ਨੂੰ ਪਾ ਲਵਾਂਗੇ, ਨਹੀਂ ਪ੍ਰਾਪਤ ਹੁੰਦਾ ਇਹ ਰਸ। ਜਿਹੜੇ ਗੁਰ ਦਾ ਗਿਆਨ ਲੈ ਕੇ ਚੱਲਦੇ ਨੇ, ਗੁਰ ਨੂੰ ਕਮਾਉਂਦੇ ਨੇ, ਉਹਨਾਂ ਦੇ ਮਨ ਦੇ ਵਿੱਚ ਅਚਿੰਤ ਹੀ ਆ ਕੇ ਵਸ ਜਾਂਦਾ ਹੈ, ਪ੍ਰਗਟ ਹੋ ਜਾਂਦਾ ਹੈ। ਦੀਨ ਦਿਆਲ ਸਦਾ ਕਿਰਪਾਲਾ, ਸਰਬ ਜੀਆਂ ਹਾਂ ਜਾ ਕੋ ਦਇਆ ਕਰੀ ਮੇਰੇ ਠਾਕੁਰ, ਤਿਨ ਗੁਰੇ ਕਮਾਨੋ ਮੰਤਾ। ਜਿਹਨੂੰ ਪ੍ਰਭੂ ਦਇਆ ਕਰਦਾ ਹੈ, ਕਿਰਪਾ ਕਰਦਾ ਹੈ, ਉਸ ਨੂੰ ਗੁਰ ਦਾ ਗਿਆਨ ਦਿੰਦਾ ਹੈ, ਉਹ ਫਿਰ ਗੁਰ ਨੂੰ ਕਮਾਉਂਦਾ ਹੈ। ਕਿਉਂਕਿ ਗੁਰ ਕਮਾਉਣ ਦੇ ਨਾਲ, ਗੁਰ ਮੰਤਰ ਨੂੰ ਕਮਾਉਣ ਦੇ ਨਾਲ ਅਚਿੰਤ ਹੀ ਸਾਡੇ ਮਨ ਵਿੱਚ ਆ ਕੇ ਵਸ ਜਾਂਦਾ ਹੈ। ਹੋਰ ਜੀਵ ਜੋ ਮਰਜ਼ੀ ਕਾਲ ਨਾ ਕਾਲ ਲਵੇ,
ਜੋ ਮਰਜ਼ੀ ਸੇਵਾ ਕਰ ਲਵੇ, ਗੁਰ ਦੀ ਸੇਵਾ ਤੋਂ ਬਿਨਾਂ ਨਹੀਂ ਮਿਲਦਾ। ਜਦੋਂ ਗੁਰ ਨੂੰ ਕਮਾਉਂਦਾ ਹੈ, ਚਿੰਤ ਹੀ ਆ ਕੇ ਮਨ ਦੇ ਵਿੱਚ ਬਸ ਜਾਂਦਾ ਹੈ। ਦੀਨ ਦਿਆਲ ਸਦਾ ਕਿਰਪਾਲਾ, ਸਰਬ ਜੀਆਂ ਪ੍ਰਤਪਾਲਾ। ਪ੍ਰਭੂ ਪਰਮੇਸ਼ਰ ਸਾਰੇ ਜੀਆਂ ਨੂੰ ਪਾਲਣਹਾਰ, ਸਦਾ ਹੀ ਦਇਆਲੂ, ਦਇਆ ਕਰਨ ਵਾਲਾ ਹੈ, ਸਦਾ ਹੀ ਕਿਰਪਾਲੂ ਹੈ। ਕਿਹਨਾਂ ਤੇ ਕਰਦਾ ਹੈ? ਨਿਮਾਣਿਆਂ ਨਿਤਾਣਿਆਂ ਤੇ। ਜਿਹੜੇ ਮਨ ਕਰਕੇ ਨਿਮਾਣੇ ਨਿਤਾਣੇ ਨੇ, ਦੀਨ ਨੇ, ਉਹਨਾਂ ਦੇ ਉੱਤੇ ਪ੍ਰਭੂ ਸਦਾ ਹੀ ਦਇਆ ਕਰਦਾ ਹੈ, ਸਦਾ ਹੀ ਕਿਰਪਾ ਕਰਦਾ ਹੈ, ਸਾਰਿਆਂ ਨੂੰ ਪਾਲਣਹਾਰ ਹੈ। ਓਤ ਪੋਤ ਨਾਨਕ ਸੰਗ ਰਵਿਆ, ਜਿਉ ਮਾਤਾ ਬਾਲ ਗੋਪਾਲਾ। ਤੇ ਸਤਿਗੁਰੂ ਸਮਝਾਉਂਦੇ ਨੇ ਕਿ ਸਾਡੇ ਸੰਗ ਤਾਂ ਏਦਾਂ ਰਵਿਆ ਹੈ ਪਰਮੇਸ਼ਰ, ਜਿਵੇਂ ਇੱਕ ਮਾਤਾ ਪਿਤਾ ਆਪਣੇ ਬੱਚੇ ਦੇ ਨਾਲ ਰਹਿੰਦੀ ਹੈ, ਉਸ ਨੂੰ ਪਾਲਦੀ ਹੈ, ਉਸ ਦੀ ਨਿਗਾਹ ਰੱਖਦੀ ਹੈ, ਉਸ ਦੀ ਸੰਭਾਲ ਕਰਦੀ ਹੈ, ਛੋਟੇ ਜਿਹੇ ਬੱਚੇ ਦੀ। ਇਹਦਾ ਸਾਡੇ ਤਾਂ ਸਦਾ ਹੀ ਪ੍ਰਭੂ ਸੰਗੀ ਹੈ। ਜਿਵੇਂ ਮਾਤਾ ਪਿਤਾ ਛੋਟੇ ਜਿਹੇ ਬੱਚੇ ਨੂੰ ਇਕੱਲਾ ਨਹੀਂ ਛੱਡਦੇ, ਇਹਦਾ ਕਹਿੰਦੇ ਸਾਨੂੰ ਤਾਂ ਪ੍ਰਭੂ ਸਦਾ ਸੰਗ ਹੈ, ਇਹਦਾ ਪਾਲਦਾ ਹੈ। ਪਰ ਮਿਲਿਆ ਹੈ ਗੁਰ ਦਾ ਮੰਤਰ ਕਮਾ ਕੇ, ਗੁਰ ਦਾ ਗਿਆਨ ਲੈ ਕੇ। ਜੇ ਗੁਰ ਦਾ ਗਿਆਨ ਨਹੀਂ ਲੈਂਦੇ, ਫਿਰ ਉਸ ਦੇ ਲਵੇ ਨਹੀਂ ਲੱਗ ਸਕਦੇ, ਕਿਉਂਕਿ ਗੁਰ ਦਾ ਗਿਆਨ, ਗੁਰ ਉਸ ਦਾ ਬਚਨ ਹੈ ਪ੍ਰਭੂ ਦਾ। ਜਿਹੜੇ ਉਸ ਗੁਰ ਦੇ ਬਚਨ ਨੂੰ ਕਮਾ ਲੈਂਦੇ ਨੇ, ਉਹਨਾਂ ਦੇ ਆ ਕੇ ਅਚਿੰਤ ਮਨ ਦੇ ਵਿੱਚ ਬਸਦਾ ਹੈ। ਅਗਲਾ ਫਿਰ ਸ਼ਬਦ ਹੈ ਤਨਾਸਰੀ ਮਹੱਲਾ ਪੰਜਵਾਂ। ਤਨਾਸਰੀ ਰਾਗ ਦੇ ਵਿੱਚ ਮਹੱਲੇ ਪੰਜਵੇਂ ਦਾ ਸ਼ਬਦ ਹੈ। ਰਹੋ ਪੰਕਤੀਆਂ ਨੇ। ਹਮਰੇ ਪ੍ਰਾਨ ਗੋਪਾਲ ਗੋਬਿੰਦ, ਈਹਾਂ ਊਹਾਂ ਸਰਬ ਥੋਕ ਕੀ, ਜਿਸ ਹਮਾਰੀ ਚਿੰਤ। ਕਿ ਸਾਡੇ ਤਾਂ ਪ੍ਰਾਣਾਂ ਦਾ ਆਧਾਰ ਹੈ ਪਰਮੇਸ਼ਰ ਹੈ, ਗੋਪਾਲ ਹੈ, ਗੋਬਿੰਦ ਹੈ। ਅਸੀਂ ਤਾਂ ਉਸ ਨੂੰ ਆਪਣੇ ਪ੍ਰਾਣਾਂ ਦਾ ਆਧਾਰ ਬਣਾ ਲਿਆ ਹੈ। ਈਹਾਂ ਊਹਾਂ ਸਰਬ ਥੋਕ ਕੀ, ਚਾਹੇ ਅਸੀਂ ਲੋਕ ਵਿੱਚ ਹਾਂ, ਚਾਹੇ ਅੱਗੇ ਹਾਂ, ਪਰਲੋਕ, ਸਾਰੀ ਚੀਜ਼ਾਂ ਦੀ, ਸਾਰੀ ਵਸਤੂ ਦੀ, ਸਾਡੀ ਲੋੜ ਦੀ ਉਸ ਨੂੰ ਚਿੰਤਾ ਹੈ। ਕਿ ਜਦੋਂ ਅਸੀਂ ਉਸ ਪ੍ਰਭੂ ਨੂੰ ਆਪਣਾ ਬਣਾ ਲੈਂਦੇ, ਆਪਣਾ ਆਧਾਰ ਨਾਮ ਨੂੰ ਬਣਾ ਲੈਂਦੇ ਹਾਂ, ਪ੍ਰਭੂ ਦੇ ਦਰਸ਼ਨਾਂ ਨੂੰ ਬਣਾ ਲੈਂਦੇ ਹਾਂ, ਫਿਰ ਆਪ ਸਾਡੀ ਚਿੰਤਾ ਕਰਦਾ ਹੈ। ਜਿਵੇਂ ਮਾਤਾ ਪਿਤਾ ਆਪਣੇ ਬੱਚੇ ਦੀ ਚਿੰਤਾ ਕਰਦੇ ਹਨ, ਇੱਦਾਂ ਪ੍ਰਭੂ ਸਾਡੀ ਚਿੰਤਾ ਆਪ ਕਰਦਾ ਹੈ। ਪਰ ਜਦੋਂ ਅਸੀਂ ਉਸ ਨੂੰ ਆਧਾਰ ਬਣਾ ਲੈਂਦੇ ਹਾਂ, ਇਹਦਾ ਸਮਝਾਇਆ ਹੈ ਕਿ ਸਾਡਾ ਤਾਂ ਆਧਾਰ ਹੀ ਹਮਰੇ ਪ੍ਰਾਣ ਗੋਪਾਲ, ਸਾਡੇ ਤਾਂ ਪ੍ਰਾਣਾਂ 'ਚ ਹੀ ਗੋਪਾਲ ਵਸਿਆ ਹੈ, ਗੋਬਿੰਦ ਵਸਿਆ ਹੈ। ਇਸ ਕਰਕੇ ਉਸ ਨੂੰ ਚਿੰਤਾ ਹੈ ਸਾਡੀ, ਲੋਕ 'ਚ ਵੀ ਤੇ ਪਰਲੋਕ ਦੇ ਵਿੱਚ ਵੀ। ਉਸ ਤੇ ਉਹੀ ਸਾਰੇ ਥੋਕ ਦਾ ਮਾਲਕ ਹੈ, ਉਹੀ ਸਾਰਾ ਕਾਸੇ ਦਾ ਖਜ਼ਾਨਾ ਉਸ ਪ੍ਰਭੂ ਦਾ ਹੈ, ਉਹੀ ਸਾਡੀ ਚਿੰਤਾ ਕਰਦਾ ਹੈ। ਬਾਹਰ ਜਾਊਂ ਗੁਰ ਆਪਣੇ ਉੱਪਰ, ਜਿਨ ਹਰ ਹਰ ਨਾਮ ਦਿਲਾਇਆ। ਇਹ ਅਵਸਥਾ 'ਚ ਕਿਵੇਂ ਗਏ, ਉਸ ਪ੍ਰਭੂ ਨੂੰ ਕਿਵੇਂ ਆਧਾਰ ਬਣਾਇਆ? ਕਹਿੰਦੇ ਗੁਰ ਦਾ ਗਿਆਨ ਲੈ ਕੇ। ਅਸੀਂ ਆਪਣੇ ਗੁਰ ਤੋਂ ਬਾਰੇ ਜਾਂਦੇ ਹਾਂ, ਬਲਿਹਾਰੇ ਜਾਂਦੇ ਹਾਂ। ਜਿਨ ਹਰ ਹਰ ਨਾਮ ਦਿਲਾਇਆ, ਜਿਹਨੇ ਸਾਨੂੰ ਹਰੀ ਦਾ ਨਾਮ ਦ੍ਰਿੜ ਕਰਵਾ ਦਿੱਤਾ। ਕਿਉਂਕਿ ਗੁਰ ਦਾ ਗਿਆਨ ਲੈ ਕੇ ਹੀ ਨਾਮ ਪ੍ਰਗਟ ਹੁੰਦਾ ਹੈ, ਨਾਮ ਦ੍ਰਿੜ ਹੋ ਜਾਂਦਾ ਹੈ। ਉਸ ਤੋਂ ਅਸੀਂ ਬਾਰੇ ਜਾਂਦੇ ਹਾਂ। ਮਹਾ ਉਦਿਆਨ ਅੰਧਕਾਰ ਮੈਂ, ਜਿਨ ਸਿੱਧਾ ਮਾਰਗ ਦਿਖਾਇਆ। ਕਹਿੰਦੇ ਅਸੀਂ ਤਾਂ ਫਸੇ ਸੀ, ਜਿਵੇਂ ਕੋਈ ਜੰਗਲ ਦੇ ਵਿੱਚ ਰਸਤਾ ਭੁੱਲ ਜਾਵੇ ਜਾਂ ਅੰਧੇਰੇ ਦੇ ਵਿੱਚ ਰਸਤਾ ਭੁੱਲ ਜਾਵੇ, ਇੱਦਾਂ ਇਹ ਸੰਸਾਰ ਹੈ ਜਿਹੜਾ ਮਹਾ ਉਦਿਆਨ ਹੈ, ਅੰਧਕਾਰ ਹੈ, ਰਸਤਾ ਭੁੱਲਿਆ ਹੈ। ਕਹਿੰਦੇ ਫਿਰ ਸਾਨੂੰ ਜਿਸ ਨੇ ਸਿੱਧਾ ਮਾਰਗ ਦੱਸ ਦਿੱਤਾ, ਜਿਨ ਸਿੱਧਾ ਮਾਰਗ ਦਿਖਾਇਆ, ਉਸ ਗੁਰ ਤੋਂ ਅਸੀਂ ਬਾਰੇ ਜਾਂਦੇ ਹਾਂ। ਜਾ ਕੇ ਸਿਮਰਨ ਸਰਬ ਨਿਧਾਨਾ, ਮਾਨ ਮਹਤ ਪਤ ਪੂਰੀ। ਜਿਹਦੇ ਸਿਮਰਨ ਦੇ ਨਾਲ ਸਾਰਾ ਹੀ ਖਜ਼ਾਨਾ ਪ੍ਰਾਪਤ ਹੋ ਜਾਂਦਾ ਹੈ, ਮਾਨ ਪ੍ਰਾਪਤ ਹੁੰਦਾ ਹੈ, ਮਾਨ ਮਹਤ ਪੂਰੀ ਹੁੰਦੀ ਹੈ, ਸਾਡੀ ਪਤ ਪੂਰੀ ਮਿਲਦੀ ਹੈ ਉਸ ਪ੍ਰਭੂ ਦੇ ਘਰ ਦੇ ਵਿੱਚ। ਮਾਨ ਮਹਤ ਪਤ ਪੂਰੀ, ਨਾਮ ਲੈਤ ਕੋਟ ਅਗਨਾਸੇ, ਭਗਤ ਬਾਸ਼ੈ ਸਭ ਤੂਰੀ। ਕਹਿੰਦੇ ਨਾਮ ਲੈਣ ਦੇ ਨਾਲ ਕਰੋੜਾਂ ਪਾਪਾਂ ਦਾ ਨਾਸ ਹੋ ਜਾਂਦਾ ਹੈ।
ਭਗਤ ਉਸ ਬਚਨਾਂ ਨੂੰ ਬਾਸ਼ਦੇ ਨੇ। ਭਗਤਾਂ ਦਾ ਜਿਹੜੇ ਬਚਨ ਨੇ, ਜਿਹੜੇ ਪ੍ਰਭੂ ਨੇ ਭਗਤੀ 'ਚ ਲਾਏ ਨੇ, ਉਹਨਾਂ ਦੇ ਬਚਨਾਂ ਨੂੰ ਸੁਣ ਕੇ ਮੰਨਣ ਦੇ ਨਾਲ ਕਰੋੜਾਂ ਪਾਪਾਂ ਦਾ ਨਾਸ ਹੋ ਜਾਂਦਾ ਹੈ। ਐਸਾ ਸਿਮਰਨ ਸਾਨੂੰ ਪ੍ਰਾਪਤ ਹੋਇਆ ਹੈ। ਸਰਬ ਮਨੋਰਥ ਜੇ ਕੋ ਚਾਹੈ ਸੇਵੈ ਏਕ ਨਿਧਾਨਾ। ਸਮਝਾਉਂਦੇ ਨੇ ਕਿ ਜੇ ਸਾਰੇ ਹੀ ਮਨੋਰਥ ਸਾਨੂੰ ਚਾਹੀਦੇ ਹਨ, ਫਿਰ ਇੱਕ ਹੀ ਸੇਵਾ ਕਰਨੀ ਹੈ, ਗੁਰ ਦਾ ਗਿਆਨ ਲੈ ਕੇ, ਸਤਿਗੁਰ ਦੀ, ਨਾਮ ਦੀ। ਸਾਰਾ ਨਿਧਾਨਾ ਹੀ ਨਾਮ ਦੇ ਵਿੱਚ ਹੈ। ਜੇ ਕੋ ਚਾਹੇ ਸੇਵੈ ਏਕ ਨਿਧਾਨਾ। ਪਾਰ ਬ੍ਰਹਮ ਅਪਰੰਪਰ ਸੁਆਮੀ ਸਿਮਰਤ ਪਾਰ ਪ੍ਰਾਨਾ। ਪਾਰ ਬ੍ਰਹਮ ਜੋ ਪਰਮੇਸ਼ਰ ਹੈ, ਅਪਰੰਪਰ ਉਹ ਸੁਆਮੀ ਹੈ, ਉਹਦਾ ਸਿਮਰਤ ਕਰਕੇ ਪਾਰ ਹੋ ਜਾਂਦਾ ਹੈ ਜੀ। ਉਹ ਸਾਨੂੰ ਪਾਰ ਲਾਉਂਦਾ ਹੈ, ਪਰ ਉਸ ਨਿਧਾਨੇ ਨੂੰ ਸੇਵਨਾ ਹੈ, ਗੁਰ ਦੇ ਗਿਆਨ ਨੂੰ ਸੇਵਨਾ ਹੈ, ਕਿਉਂਕਿ ਉਹੀ ਸਾਨੂੰ ਪਾਰ ਲਗਾਉਂਦਾ ਹੈ। ਸੀਤਲ ਸ਼ਾਂਤ ਮਹਾ ਸੁਖ ਪਾਇਆ, ਸੰਤ ਸੰਗ ਰਹਿਓ ਓਲਾ। ਸੰਤਾਂ ਦਾ ਸੰਗ ਕਰਕੇ ਜਦੋਂ ਗੁਰ ਦਾ ਗਿਆਨ ਦਾ ਆਸਰਾ ਲੈ ਲਿਆ ਤੇ ਕਹਿੰਦੇ ਫਿਰ ਸੀਤਲ ਹੋ ਗਿਆ ਮਨ, ਸ਼ਾਂਤ ਹੋ ਗਿਆ, ਮਹਾ ਸੁਖ ਪ੍ਰਾਪਤ ਹੋ ਗਿਆ। ਹਰ ਧਨ ਸੰਚਨ ਹਰ ਨਾਮ ਭੋਜਨ, ਇਹ ਨਾਨਕ ਕੀਨੋ ਚੋਲਾ। ਹੁਣ ਕਹਿੰਦੇ ਅਸੀਂ ਐਸਾ ਕੱਪੜਾ ਪਾ ਲਿਆ ਹੈ ਨਾਮ ਰੂਪੀ ਕਿ ਹੁਣ ਸਾਡਾ ਨਾਮ ਹੀ ਸਾਰਾ ਕੁਛ ਹੈ। ਸਾਡੇ ਵਾਸਤੇ ਧਨ ਵੀ ਨਾਮ, ਅਸੀਂ ਧਨ ਹੀ ਨਾਮ ਧਨ ਨੂੰ ਹੀ ਸੰਚਦੇ ਹਾਂ। ਨਾਮ ਹੀ ਸਾਡਾ ਭੋਜਨ ਬਣ ਗਿਆ ਹੈ, ਨਾਮ ਹੀ ਸਾਡਾ ਕੱਪੜਾ ਬਣ ਗਿਆ ਹੈ, ਕਿਉਂਕਿ ਭਗਤਾਂ ਦਾ ਭੋਜਨ ਵੀ ਨਾਮ, ਭਗਤਾਂ ਦਾ ਪਹਿਨਣ ਵੀ ਨਾਮ, ਭਗਤਾਂ ਦਾ ਬਣਜ ਵੀ ਨਾਮ। हर नाम हमारा भोजन 36 प्रकार, जित खाया हमको तृप्त पई। हर नाम हमारा पैनन, जित फिर नंगे न होवै, होर पैनन दी हमरी शर्त गई। हर नाम हमारा वणज हर नाम व्यापार, हर नामे की सतगुर हमको कारकुनी दी। हर नामे का हम लेखा लेख्या, सब जम की अगली कान गई। फिर नाम ही सारा साडा धन बन जाता है। नाम रतन जिस मन प्रगटाया, मतलब कहते जिन्हों नाम रतन प्रगट हो जाता है, उन्होंने वास्ते सारा कुछ ही नाम है। नाम रतन जिन गुरमुख पाया, तिस कस अवर नाही दृष्टाया। नाम तान नामो रूप रंग, नामो सुख हर नाम का संग। नाम रस जो जंत्र पताने, मन तन नामे है नाम समाने। उठत बैठत सोवत नाम, कहो नानक जन कै साध काम। सदा फिर नाम ही साडा बन जाता है। वही उस पहनण नूं कपड़ा, वही खाण नूं भोजन, ते वही संचन नूं धन बन जाता है। पर हुंदा किवें है? गुर दे ज्ञान द्वारा, जदों असीं उस नूं प्राणा दा आधार बना लैंदे हां। ਇਹਦਾ ਸਤਿਗੁਰੂ ਜੀ ਸਮਝਾਉਂਦੇ ਨੇ। ਅਗਲਾ ਸ਼ਬਦ ਹੈ ਤਨਾਸਰੀ ਮਹੱਲਾ ਪੰਜਵਾਂ। ਤਨਾਸਰੀ ਰਾਗ ਦੇ ਵਿੱਚ ਮਹੱਲੇ ਪੰਜਵੇਂ ਦਾ ਸ਼ਬਦ ਹੈ ਮਾਇਆ ਮੋਹ ਭੂਲੋ ਅਵਰਾ ਹੀਤ। ਕੁਛ ਜੀਵ ਐਸੇ ਨੇ ਕਿ ਮਾਇਆ ਦੇ ਮੋਹ ਦੇ ਵਿੱਚ ਭੁੱਲੇ ਹੋਏ ਨੇ ਤੇ ਹੋਰ ਹੀ ਆਪਣਾ ਹਿੱਤ ਸਮਝ ਬੈਠੇ ਹਨ। ਮਨ ਨਾਮ ਦੀ ਬਜਾਏ ਹੋਰ ਹਿੱਤਾਂ ਦੇ ਵਿੱਚ ਜੁੜਿਆ ਹੈ ਮਾਇਆ ਕਰਕੇ। ਮਾਇਆ ਮੋਹ ਭੂਲੋ ਅਵਰਾ ਹੀਤ, ਹੋਰ ਪਾਸੇ ਹਿੱਤ ਲਾਇਆ, ਹੋਰ ਕਿਸੇ ਚੀਜ਼ ਨੂੰ ਹੀ ਆਪਣਾ ਹਿੱਤ ਸਮਝ ਲੈਂਦਾ ਹੈ। ਹਰ ਚੰਦਿਓਰੀ ਬਨ ਹਰ ਪਾਤਰੇ, ਇਹ ਹੈ ਤੁਹਾਰੋ ਪੀਤ। ਇਹ ਜਿਹੜਾ ਪ੍ਰਭੂ ਦੀ ਰਚਨਾ ਹੈ, ਇਹ ਸੰਸਾਰ ਦ੍ਰਿਸ਼ਟਮਾਨ ਹੈ।
ਜਿਸਨੂੰ ਹਰ ਚੰਦਿਓਰੀ ਕਿਹਾ ਹੈ, ਕਿ ਮਨ ਇਸੇ ਨੂੰ ਸੱਚ ਸਮਝ ਲੈਂਦਾ ਹੈ, ਇਸ ਦੇ ਵਿੱਚ ਹੀ ਆਪਣਾ ਜੀਵਨ ਬਤੀਤ ਕਰ ਦਿੰਦਾ ਹੈ, ਸਮੇਂ ਦੇ ਵਿੱਚ ਹੀ ਬਤੀਤ ਕਰ ਦਿੰਦਾ ਹੈ, ਕਿਉਂਕਿ ਇੱਥੇ ਤੱਕ ਹੀ ਸੰਸਾਰੀ ਵਸਤਾਂ ਨੂੰ ਹੀ ਆਪਣਾ ਹਿੱਤ ਸਮਝ ਲੈਂਦਾ ਹੈ। ਜੋ ਅਸਲੀ ਹਿੱਤ ਸੀ, ਜੋ ਉਸ ਕਰਮ ਵਾਸਤੇ ਆਇਆ, ਉਹ ਭੁੱਲ ਜਾਂਦਾ ਹੈ। ਇੱਥੇ ਹੀ ਸਮਝਾਉਂਦੇ ਨੇ, ਕਹਿੰਦੇ ਮਾਇਆ ਮੋਹ ਭੂਲੋ ਅਵਰੈ ਹੀਤ, ਹਰ ਚੰਦਿਓਰੀ ਬਨ ਹਰ ਪਾਤਰੇ, ਇਹ ਹੈ ਤੁਹਾਰੋ ਪੀਤ। ਇਹ ਤੂੰ ਜੀਵਨ ਬਤੀਤ ਕੀਤਾ ਹੈ, ਇੱਦਾਂ ਹੀ ਕੀਤਾ ਹੈ, ਹੋਰ ਹੀ ਹਿੱਤ ਦੇ ਵਿੱਚ ਲੱਗਿਆ ਰਿਹਾ ਹੈ। ਹਾਂ, ਗੁਰਮੁਖਾਂ ਦਾ ਸਵਾਲ ਹੈ ਕਿ ਗੁਰਬਾਣੀ ਦੇ ਵਿੱਚ ਮਹੱਲੇ ਕਿਉਂ ਜੂਝ ਹੁੰਦੇ ਹਨ। ਮਹੱਲਾ ਜਿਹੜਾ ਹੈ, ਇਹ ਹੈ ਇੱਕ ਸਮੂਹ, ਇਕੱਠ ਹੈ, ਕਿਉਂਕਿ ਜਿਨ੍ਹਾਂ ਨੇ ਵੀ ਆਪਣੀ ਬਾਣੀ ਉਚਾਰੀ ਹੈ, ਕਿਸੇ ਨੇ ਆਪਣਾ ਨਾਮ ਨਹੀਂ ਵਰਤਿਆ, ਕਿਉਂਕਿ ਗੁਰਬਾਣੀ ਦੇ ਵਿੱਚ ਗੁਰਬਾਣੀ ਬਹੁਤ ਹੀ ਗੁਰਸਿੱਖਾਂ ਦੀ ਬਾਣੀ ਹੈ। ਬੇਸ਼ੱਕ ਕੁਛ ਕਹਿਣੇ ਵਾਲੇ ਜੀਵ ਦੱਸਦੇ ਨੇ ਕਿ 36 ਮਹਾਂਪੁਰਖਾਂ ਦੀ ਬਾਣੀ ਹੈ, 6 ਗੁਰੂ ਸਾਹਿਬਾਨ ਨੇ, ਫਿਰ ਭੱਟ ਨੇ, ਭਗਤ ਨੇ। ਲੇਕਿਨ ਜਦੋਂ ਅਸੀਂ ਗੁਰਬਾਣੀ ਨੂੰ ਪੜ੍ਹਦੇ ਹਾਂ, ਇਸ ਦੇ ਵਿੱਚ ਬੇਅੰਤ ਗੁਰਸਿੱਖ ਬੈਠੇ ਨੇ, ਜਿਨ੍ਹਾਂ ਆਪਣਾ ਆਪਣਾ ਪ੍ਰੈਕਟੀਕਲ ਬਿਆਨ ਕੀਤਾ ਹੋਇਆ ਹੈ। ਹਰ ਇੱਕ ਜੀਵ ਨੇ ਇੱਕ ਇੱਕ ਸ਼ਬਦ ਆਪਣਾ ਆਪਣਾ ਦੱਸਿਆ ਹੈ, ਆਪਣੀ ਅਵਸਥਾ ਦੱਸੀ ਹੈ। ਇਸ ਕਰਕੇ ਵਾਰ-ਵਾਰ ਉਹ ਗੁਰਬਾਣੀ ਆਉਂਦੀ ਹੈ, ਕਿਉਂਕਿ ਸਾਰਿਆਂ ਦਾ ਇੱਕੋ ਹੀ ਮਾਰਗ ਸੀ। ਸਾਨੂੰ ਇਸ ਕਰਕੇ ਕਿ ਸਾਨੂੰ ਵੀ ਵਿਸ਼ਵਾਸ ਆ ਜਾਵੇ ਕਿ ਇੱਕ ਬੰਦਾ ਕਹਿੰਦਾ, ਦੋ ਕਹਿੰਦੇ, ਹੋ ਸਕਦਾ ਗਲਤ ਕਹਿ ਸਕਦੇ। ਇੰਨੇ ਗੁਰਸਿੱਖਾਂ ਦਾ ਇੱਕੋ ਤਰੀਕਾ ਪ੍ਰਭੂ ਨੂੰ ਮਿਲਣ ਦਾ ਇੱਕੋ ਗਿਆਨ ਹੈ। ਇਸ ਕਰਕੇ ਗੁਰੂ ਸਾਹਿਬਾਨਾਂ ਨੇ ਜਿੰਨੇ ਵੀ ਗੁਰਸਿੱਖ ਗੁਰੂ ਨਾਨਕ ਸਾਹਿਬ ਦੇ ਸਮੇਂ ਦੇ ਵਿੱਚ ਆਏ, ਉਹਨਾਂ ਨੂੰ ਮਹੱਲਾ ਪਹਿਲਾ, ਜਿੰਨੇ ਵੀ ਗੁਰਸਿੱਖਾਂ ਦੀ ਬਾਣੀ ਹੈ, ਗੁਰੂ ਸਾਹਿਬਾਨਾਂ ਦੀ ਵੀ ਬਾਣੀ ਹੈ, ਹੋਰ ਗੁਰਸਿੱਖਾਂ ਦੀ ਵੀ ਬਾਣੀ ਹੈ, ਜਿਨ੍ਹਾਂ ਜਿਨ੍ਹਾਂ ਨੇ ਆਪਣਾ ਪ੍ਰੈਕਟੀਕਲ ਸ਼ੇਅਰ ਕੀਤਾ, ਉਹਨੂੰ ਦਰਜ ਕਰ ਦਿੱਤਾ। ਇਸ ਕਰਕੇ ਉਸ ਨੂੰ ਇੱਕ ਮਹੱਲੇ ਦਾ, ਜਿਵੇਂ ਬਹੁਤ ਸਾਰੇ ਇੱਕ ਮਹਿਲ ਹੁੰਦਾ ਜਿੱਥੇ ਬਹੁਤ ਸਾਰੇ ਘਰ ਬਣ ਜਾਣ, ਉਸਨੂੰ ਆਪਾਂ ਇੱਕ ਮਹੱਲਾ ਕਹਿ ਦਿੰਦੇ ਹਾਂ। ਇੱਦਾਂ ਹੀ ਗੁਰਬਾਣੀ ਦੇ ਵਿੱਚ ਮਹੱਲਾ ਹੈ ਕਿ ਬਹੁਤ ਸਾਰੇ ਗੁਰਸਿੱਖਾਂ ਦਾ ਇਕੱਠ ਹੈ, ਜਿਨ੍ਹਾਂ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ਹਨ, ਆਪਣਾ ਆਪਣਾ ਪ੍ਰੈਕਟੀਕਲ ਬਿਆਨ ਕੀਤਾ ਹੈ। ਇਸ ਕਰਕੇ ਉਸ ਨੂੰ ਮਹੱਲੇ ਦਾ ਨਾਮ ਦਿੱਤਾ ਹੈ। ਕਿਉਂਕਿ ਬਹੁਤ ਸਾਰੇ ਕੁਛ ਕਹਿ ਦਿੰਦੇ ਕਿ ਮਹਿਲ ਮਹਿਲ ਹੈ, ਬਈ ਮਹਿਲ ਪਤਨੀ ਨੂੰ ਕਹਿ ਦਿੰਦੇ, ਕੋਈ ਜੀਵ ਕਿਸੇ ਹੋਰ ਤਰੀਕੇ ਦੇ ਨਾਲ। ਪਰ ਜੇ ਆਪਾਂ ਗੁਰਬਾਣੀ ਪੜ੍ਹ ਕੇ ਦੇਖਾਂਗੇ ਤਾਂ ਬਹੁਤ ਹੀ ਗੁਰਸਿੱਖਾਂ ਦੀ ਬਾਣੀ ਹੈ। ਉਹ ਸਾਰੇ ਗੁਰਸਿੱਖਾਂ ਦੇ ਇੱਕ ਸਮੂਹ ਨੂੰ ਮਹੱਲਾ ਕਹਿ ਦਿੱਤਾ ਹੈ। ਇਸ ਕਰਕੇ ਆਪਾਂ ਮਹੱਲੇ, ਇਸ ਕਰਕੇ ਹੀ ਮਹੱਲੇ ਪੰਜਵੇਂ ਦੀ ਗੱਲ ਕਰਦੇ ਹਾਂ ਕਿ ਇਹਦੇ ਵਿੱਚ ਕਿਸੇ ਗੁਰਸਿੱਖ ਦੀ ਇਹ ਬਾਣੀ ਹੈ। ਸੋ ਇਸ ਕਰਕੇ ਸਮਝਾਉਂਦੇ ਨੇ ਸਤਿਗੁਰੂ ਜੀ, ਹਰ ਇੱਕ ਗੁਰਸਿੱਖ ਆਪਣਾ ਆਪਣਾ ਬਿਆਨ ਕਰਦਾ। ਜਿਵੇਂ ਆ ਜੋ ਆਪਾਂ ਵਿਚਾਰਦੇ, ਇਹ ਵੀ ਕਿਸੇ ਗੁਰਸਿੱਖ ਨੇ ਆਪਣਾ ਪ੍ਰੈਕਟੀਕਲ ਸ਼ੇਅਰ ਕੀਤਾ ਹੈ ਵੀ ਪਹਿਲਾ ਜੀਵਨ ਮੇਰਾ ਕਿਹੋ ਜਿਹਾ ਸੀ, ਸੰਸਾਰ ਨਾਲ ਜੁੜਿਆ ਸੀ, ਮੋਹ ਦੇ ਵਿੱਚ ਭੁੱਲਿਆ ਸੀ। ਜਿਹ ਕਰਨੀ ਹੋਵੇ ਸ਼ਰਮਿੰਦਾ, ਇਹ ਕਮਾਨੀ ਰੀਤ। ਕਹਿੰਦੇ ਜਿਹੜੀ ਕਰਨੀ ਦੇ ਨਾਲ ਸ਼ਰਮਿੰਦਾ ਹੋਣਾ ਹੈ, ਉਹ ਰੀਤ ਕਮਾਉਂਦਾ ਸੀ। ਸੰਤ ਕੀ ਨਿੰਦਾ ਸਾਕਤ ਕੀ ਪੂਜਾ, ਐਸੀ ਦ੍ਰਿੜੀ ਵਿਪਰੀਤ। ਸੰਤਾਂ ਦੀ ਨਿੰਦਾ ਕਰਦਾ ਸੀ, ਸਾਕਤਾਂ ਦੀ ਪੂਜਾ ਕਰਦਾ ਸੀ, ਕਿਉਂਕਿ ਜਦ ਤੱਕ ਗਿਆਨ ਨਹੀਂ ਹੈ, ਸਾਕਤਾਂ ਦਾ ਸੰਗੀ ਹੋ ਜਾਂਦਾ, ਸਾਕਤਾਂ ਨਾਲ ਪ੍ਰੇਮ ਕਰਦਾ ਹੈ। ਜੇ ਕੋਈ ਸੰਤ ਨਾਮ ਦੀ ਗੱਲ ਕਰਦੇ, ਉਸ ਦੀ ਨਿੰਦਾ ਕਰਦਾ ਹੈ। ਇਹ ਵਿਪਰੀਤ ਬੁੱਧ ਸੀ, ਕਹਿੰਦੇ ਵਿਪਰੀਤ ਮਤ ਸੀ, ਪੁੱਠੀ ਮਤ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਚੰਦਨ ਲੇਪ ਹੋਤ ਦੇਖੋ ਸੁਖ ਗਦਰਬ ਗਰਤਬ ਭਸਮ ਸੰਗੀਤ। ਕਹਿੰਦੇ ਸਾਡੀ ਹਾਲਤ ਕਿਹੋ ਜਿਹੀ ਸੀ, ਇੱਕ ਗਧੇ ਦੀ ਨਿਆਈ। ਜਿਵੇਂ ਗਧੇ ਨੂੰ ਚੰਦਨ ਲਾ ਦਈਏ, ਉਹ ਚੰਦਨ ਉਤਾਰ ਦਿੰਦਾ ਤੇ ਭਸਮ ਦੇ ਵਿੱਚ ਲਿਟਦਾ ਹੈ।
ਮਿੱਟੀ ਦੇ ਵਿੱਚ ਲਿਟ ਕੇ ਖੁਸ਼ ਹੁੰਦਾ ਹੈ। ਇੱਦਾਂ ਹੀ ਕਹਿੰਦੇ ਅਸੀਂ ਵੀ ਪ੍ਰਭੂ ਦੇ ਨਾਮ ਸਿਮਰਨ ਨੂੰ ਨਹੀਂ ਸੀ ਚਾਹੁੰਦੇ, ਅਸੀਂ ਵੀ ਕੂੜ ਕਪਟ ਦੇ ਨਾਲ ਹੀ ਪ੍ਰੇਮ ਕਰਦੇ ਸੀ। ਗਧੇ ਵਾਲੀ ਹਾਲਤ ਹੋਈ ਸੀ ਸਾਡੀ। ਚੰਦਨ ਨੂੰ ਉਤਾਰਦੇ ਸੀ ਤੇ ਭਸਮ ਦੇ ਨਾਲ ਜੁੜਦੇ ਸੀ, ਜਾਂ ਮਨ ਨਾਮ ਨੂੰ ਭੁੱਲ ਕੇ ਤਨ ਨਾਲ ਮਾਇਆ ਨਾਲ ਜੁੜਦਾ ਸੀ। ਅੰਮ੍ਰਿਤ ਸੰਗ ਨਾਹੇ ਰੁਚ ਆਵਤ ਵਿਖੇ ਠਗੋਰੀ ਪ੍ਰੀਤ। ਸਾਡੀ ਰੁਚੀ ਅੰਮ੍ਰਿਤ ਦੇ ਨਾਲ ਨਹੀਂ ਸੀ ਬਣਦੀ। ਵਿਖੇ ਠਗੋਰੀ ਤ੍ਰੈ ਗੁਣੀ ਮਾਇਆ ਦੇ ਵਿੱਚ ਹੀ ਸਾਡੀ ਪ੍ਰੀਤ ਸੀ, ਕਿਉਂਕਿ ਅੰਮ੍ਰਿਤ ਚੌਥਾ ਪਦ ਹੈ, ਨਾਮ ਹੈ, ਉੱਥੇ ਸਾਡੀ ਪ੍ਰੀਤ ਨਹੀਂ ਸੀ। ਉੱਤਮ ਸੰਤ ਭਲੇ ਸੰਜੋਗੀ ਇਹ ਜੁਗ ਮੈਂ ਪਵਿੱਤ ਪੁਨੀਤ। ਫਿਰ ਕਹਿੰਦੇ ਪਤਾ ਲੱਗਿਆ, ਭੇਤ ਆਇਆ ਕਿ ਸੰਤ ਜਨੇ ਨੇ ਜਿਹੜੇ ਉੱਤਮ ਸੰਤ ਨੇ, ਜਿਹੜੇ ਭਲੇ ਨੇ, ਜਿਹੜੇ ਸੰਸਾਰ ਦੇ ਵਿੱਚ ਪਵਿੱਤਰ ਨੇ, ਪੁਨੀਤ ਨੇ, ਜਿਹੜੇ ਸੰਜੋਗ ਕਰਵਾ ਦਿੰਦੇ ਨੇ ਪ੍ਰਭੂ ਦਾ। ਉੱਤਮ ਸੰਤ ਭਲੇ ਸੰਜੋਗੀ ਇਸ ਜੁਗ ਮੈਂ ਪਵਿੱਤ ਪੁਨੀਤ। ਜਾਤ ਅਕਾਰਥ ਜਨਮ ਪਦਾਰਥ ਕਾਚ ਬਾਦਰੈ ਚੀਤ। ਤੇ ਉਹਨਾਂ ਦਾ ਜਦੋਂ ਸੰਗ ਹੋਇਆ, ਉਹਨਾਂ ਫਿਰ ਦੱਸਿਆ ਕਿ ਹੇ ਮੂਰਖ, ਤੇਰਾ ਹੀਰੇ ਜਿਹਾ ਜਨਮ ਹੈ, ਪਰ ਜਾ ਰਿਹਾ ਹੈ ਕੱਚ ਦੀ ਤਰ੍ਹਾਂ ਵਿਅਰਥ ਜਾ ਰਿਹਾ ਹੈ, ਕਿਉਂਕਿ ਤੈਨੂੰ ਹੀਰੇ ਦੀ ਪਹਿਚਾਣ ਨਹੀਂ, ਤੂੰ ਕੱਚ ਨੂੰ ਹੀਰਾ ਸਮਝ ਬੈਠਿਆ ਹੈ। ਜਾਤ ਅਕਾਰਥ ਜਨਮ ਪਦਾਰਥ ਕਾਚ ਬਾਦਰੈ। ਕੱਚ ਦੇ ਬਦਲੇ ਜਾ ਰਿਹਾ ਹੈ, ਹੀਰੇ ਜਿਹਾ ਜਨਮ ਹੈ, ਕੌਡੀ ਬਦਲੇ ਜਾ ਰਿਹਾ ਹੈ। ਜਨਮ ਜਨਮ ਕੇ ਕਿਲ ਵਿਖ ਦੁਖ ਭਾਗੇ ਗੁਰ ਗਿਆਨ ਅੰਜਨ ਨੇਤਰ ਤੀਤ। ਕਹਿੰਦੇ ਫਿਰ ਉਹਨਾਂ ਨੇ ਸਾਡੇ ਤੇ ਕਿਰਪਾ ਕੀਤੀ, ਉਹਨਾਂ ਨੇ ਸਾਡੇ ਨੇਤਰਾਂ ਦੇ ਵਿੱਚ ਗਿਆਨ ਦਾ ਸੁਰਮਾ ਪਾ ਦਿੱਤਾ। ਉਹਦੇ ਨਾਲ ਸਾਡੇ ਜਨਮਾਂ ਜਨਮਾਂ ਦੇ ਪਾਪਾਂ ਦੀ ਮੈਲ ਉਤਰ ਗਈ, ਸਾਡੇ ਦੁੱਖ ਦੂਰ ਹੋ ਗਏ। ਸਾਧ ਸੰਗ ਇਨ ਦੁੱਖ ਤੇ ਨਿਕਸਿਓ ਨਾਨਕ ਏਕ ਪ੍ਰੀਤ। ਕਹਿੰਦੇ ਸਾਧੂ ਜਨਾਂ ਦਾ ਸੰਗ ਕਰਕੇ ਫਿਰ ਇਹ ਜਿਹੜੇ ਦੁੱਖਾਂ ਦੇ ਵਿੱਚ ਮੈਂ ਫਸਿਆ ਸੀ, ਜਿਹੜਾ ਪਹਿਲਾ ਬਿਆਨ ਕੀਤਾ ਹੈ, ਕਹਿੰਦੇ ਉਹਨਾਂ ਦੇ ਵਿੱਚੋਂ ਫਿਰ ਮੈਂ ਨਿਕਲ ਗਿਆ ਤੇ ਹੁਣ ਮੇਰੀ ਇੱਕ ਪਰਮੇਸ਼ਰ ਦੇ ਨਾਲ ਪ੍ਰੀਤ ਹੈ। ਕਿਉਂਕਿ ਜਦ ਤੱਕ ਜੀਵ ਅਣਜਾਣ ਹੈ, ਗਿਆਨ ਨਹੀਂ ਹੈ, ਉਸ ਨੂੰ ਸੋਝੀ ਵੀ ਨਹੀਂ ਹੁੰਦੀ, ਨਾ ਸੰਤ ਦੀ ਪਹਿਚਾਣ ਹੁੰਦੀ, ਨਾ ਸਾਕਤ ਦਾ ਭੇਤ ਆਉਂਦਾ, ਨਾ ਸੱਚ ਦਾ ਗਿਆਨ ਹੁੰਦਾ ਹੈ। ਉਸ ਕਰਕੇ ਉਹ ਜੋ ਕਰਦਾ ਉਸੇ ਨੂੰ ਹੀ ਸੱਚ ਸਮਝ ਲੈਂਦਾ, ਉਸੇ ਨੂੰ ਹੀ ਵਧੀਆ ਸਮਝਦਾ ਹੈ। ਪਰ ਜਦ ਕਿਤੇ ਸਾਧੂ ਜਨਾਂ ਦਾ ਸੰਗ ਹੁੰਦਾ ਹੈ, ਫਿਰ ਉਹ ਸਮਝਾਉਂਦੇ ਨੇ ਵੀ ਨਹੀਂ ਭਾਈ, ਇਹ ਕਲਯੁਗ ਹੈ, ਕਲਯੁਗ ਦੇ ਵਿੱਚ ਆਪਣਾ ਕਰਮ ਜਿਹੜਾ ਹੈ ਉਹ ਨਾਮ ਨੂੰ ਧਿਆਉਣਾ ਹੈ, ਏਦਾਂ ਆਪਣਾ ਜਨਮ ਗਵਾਉਣਾ ਵਿਅਰਥ ਹੈ। ਇਸ ਕਰਕੇ ਫਿਰ ਉਹ ਗਿਆਨ ਦਾ ਸੁਰਮਾ ਨੇਤਰਾਂ 'ਚ ਪਾ ਦਿੰਦੇ, ਜਿੱਥੇ ਇੱਕ ਦ੍ਰਿਸ਼ਟ ਹੋ ਕੇ ਫਿਰ ਸਾਡਾ ਧਿਆਨ ਨਾਮ ਦੇ ਵਿੱਚ ਜੁੜਦਾ ਹੈ। ਫਿਰ ਪ੍ਰੀਤ ਪੈਂਦੀ ਪ੍ਰਭੂ ਦੇ ਨਾਲ, ਤੇ ਉਸ ਤੋਂ ਫਿਰ ਜੀਵ ਜਿਹੜਾ ਹੈ ਇਹਨਾਂ ਦੁੱਖਾਂ ਦੇ ਵਿੱਚੋਂ ਨਿਕਲ ਜਾਂਦਾ ਹੈ, ਕਿਉਂਕਿ ਐਸੇ ਕਰਮਾਂ ਦੀ ਅੱਗੇ ਸਜ਼ਾ ਮਿਲਦੀ ਹੈ। ਜੇ ਆਪਾਂ ਸੰਤਾਂ ਨਾਲ ਵੈਰ ਕਰਾਂਗੇ, ਸਾਖਤਾਂ ਦੇ ਨਾਲ ਪਿਆਰ ਕਰਾਂਗੇ, ਸਾਖਤ ਦੁਸ਼ਟ ਹੁੰਦੇ ਨੇ, ਪੰਜਾਂ ਦੇ ਵਸ ਹੁੰਦੇ ਨੇ, ਫਿਰ ਸਾਡਾ ਆਪਣਾ ਜਨਮ ਤਾਂ ਵਿਅਰਥ ਜਾਂਦਾ ਹੀ ਹੈ। ਆਪ ਤਾਂ ਅਸੀਂ ਡੁੱਬਦੇ ਹੀ ਹਾਂ, ਆਪਣੇ ਪਰਿਵਾਰ ਨੂੰ ਡੋਬ ਦਿੰਦੇ ਹਾਂ, ਆਪਣੇ ਕੁਲਾਂ ਡੋਬ ਦਿੰਦੇ ਹਾਂ। ਸਤਿਗੁਰੂ ਜੀ ਸਮਝਾਉਂਦੇ ਨੇ ਕਿ ਸੰਤਾਂ ਨਾਲ, ਦੁਸ਼ਟਾਂ ਨਾਲ ਦੋਸਤੀ, ਨਾਲ ਸੰਤਾਂ ਵੈਰ ਕਰਨ, ਆਪ ਡੁੱਬੇ ਪਰਿਵਾਰ ਸਿਉ ਸਗਲੇ ਕੁੱਲ ਡੁਬਨ। ਜਿਹੜੇ ਦੁਸ਼ਟਾਂ ਨਾਲ ਦੋਸਤੀ ਕਰਦੇ ਨੇ ਤੇ ਸੰਤਾਂ ਦੇ ਨਾਲ ਵੈਰ ਕਰਦੇ ਨੇ, ਕਹਿੰਦੇ ਆਪ ਤਾਂ ਡੁੱਬਦੇ, ਪਰਿਵਾਰ ਵੀ ਡੁੱਬ ਲੈਂਦੇ, ਕੁੱਲਾਂ ਵੀ ਡੁੱਬ ਦਿੰਦੇ ਨੇ। ਸੋ ਇਸ ਕਰਕੇ ਫਿਰ ਜਦੋਂ ਗਿਆਨ ਹੋ ਜਾਂਦਾ ਹੈ, ਇੱਦਾਂ ਸਾਨੂੰ ਗੁਰਸਿੱਖਾਂ ਨੇ ਆਪਣਾ ਜੀਵਨ ਬਿਆਨ ਕੀਤਾ ਹੋਇਆ ਹੈ। ਹਰ ਇੱਕ ਗੁਰਸਿੱਖ ਨੇ, ਕਿਉਂਕਿ ਸਾਰਿਆਂ ਦੀ ਆਪਣੀ ਆਪਣੀ ਅਵਸਥਾ ਹੁੰਦੀ, ਕੋਈ ਕਿਵੇਂ ਜੀਵਦਾ ਹੈ, ਕੋਈ ਕਿਵੇਂ ਜਿਉਂਦਾ ਹੈ, ਕੋਈ ਆਪਣਾ ਕਿਵੇਂ ਜੀਵਨ ਬਤੀਤ ਕਰਦਾ ਹੈ। ਪਰ ਜਦੋਂ ਸੰਗਤ ਦੇ ਵਿੱਚ ਆਉਂਦਾ ਹੈ, ਜਿਵੇਂ ਭੱਟਾਂ ਨੇ ਵੀ ਦੱਸਿਆ ਹੈ ਕਿ ਸਾਡਾ ਪਹਿਲਾ ਜੀਵਨ ਕਿਹੋ ਜਿਹਾ ਸੀ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੇ ਬਿਖ ਖਾਹੀ।
ਮਾਇਆ ਮੋਹ ਭਰਮ ਪੈ ਭੂਲੇ, ਸੁਤਦਾਰਾਂ ਸਿਓ ਪ੍ਰੀਤ ਲਗਾਈ। ਵੀ ਅਸੀਂ ਵੀ ਮਾਇਆ ਮੋਹ 'ਚ ਭਰਮ ਭੁੱਲੇ ਸੀ। ਅਸੀਂ ਵੀ ਬੱਚਿਆਂ ਦੇ ਨਾਲ, ਪਤਨੀ ਨਾਲ ਇੱਥੇ ਤੱਕ ਹੀ ਸਾਡਾ ਪਿਆਰ ਸੀ। ਫਿਰ ਕਹਿੰਦੇ ਸੰਗਤ 'ਚ ਆਏ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤਹਿ ਮਿਲੰਤ ਜਮ ਤਰਾਸ ਮਿਟਾਈ। ਕਹਿੰਦੇ ਫਿਰ ਉੱਤਮ ਰਸਤਾ ਭੇਤ ਆਇਆ ਸੰਗਤ ਦੇ ਵਿੱਚ ਆ ਕੇ, ਜਿੱਥੇ ਜਮਾਂ ਦਾ ਡਰ ਪੈ ਖਤਮ ਹੋ ਗਿਆ। ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸ਼ਰਨਾਈ। ਫਿਰ ਉਹਨਾਂ ਕਿਹਾ ਕਿ ਹੁਣ ਸਾਡੀ ਅਰਦਾਸ ਇਹ ਹੈ ਕਿ ਸਾਨੂੰ ਆਪਣੀ ਸ਼ਰਨ ਦੇ ਵਿੱਚ ਰੱਖੋ। ਸਾਡੀ ਇਹ ਅਰਦਾਸ ਹੈ ਕਿ ਸਾਨੂੰ ਆਪਣੀ ਸ਼ਰਨ 'ਚ ਰੱਖੋ। ਹੈ ਪ੍ਰਭੂ, ਸਾਨੂੰ ਆਪਣੀ ਕੀਰਤ ਬਖਸ਼ਿਸ਼ ਕਰੋ। ਸੋ ਇਸ ਤਰੀਕੇ ਨਾਲ ਆਪਣਾ ਜੀਵਨ ਆਪਣਾ ਪ੍ਰੈਕਟੀਕਲ ਸ਼ੇਅਰ ਕੀਤਾ ਹੋਇਆ ਹੈ। ਉਸ ਨੂੰ ਮਹੱਲਾ ਦਾ ਨਾਂ ਦੇ ਦਿੱਤਾ ਹੈ। ਵੱਖਰੇ ਵੱਖਰੇ ਨਾਮ ਨਹੀਂ ਹਨ। ਕੌਣ ਗੁਰਸਿੱਖ ਸੀ, ਉਹਦਾ ਕੀ ਨਾਂ ਸੀ? ਕਿਉਂਕਿ ਨਾਮ ਮਹਾਰਾਜ ਦੱਸਿਆ ਹੈ ਕਿ ਪਰਮੇਸ਼ਰ ਦੀ ਵਡਿਆਈ ਹੈ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੈ ਮੇਰਾ। ਕਿਸੇ ਨੇ ਵੀ ਆਪਣਾ ਨਾਮ ਦੱਸਣ ਦੀ ਕੋਸ਼ਿਸ਼ ਨਹੀਂ ਕੀਤੀ ਸਾਰੇ, ਕਿਉਂਕਿ ਵੱਖਰੇ ਹੈ ਨਹੀਂ। ਜਦੋਂ ਜੋਤ ਪ੍ਰਗਟ ਹੋ ਜਾਂਦੀ ਉੱਥੇ ਤਾਂ ਆਪਾਂ ਸਾਰੇ ਇੱਕ ਰੂਪ ਹੋ ਜਾਂਦੇ ਹਾਂ। ਉੱਥੇ ਤਾਂ ਸਾਡਾ ਕੋਈ ਨਾਮ ਹੀ ਨਹੀਂ ਰਹਿ ਜਾਂਦਾ, ਕਿ ਉੱਥੇ ਤਾਂ ਸਾਡੀ ਕੋਈ ਜਾਤ ਨਹੀਂ ਰਹਿ ਜਾਂਦੀ। ਉੱਥੇ ਤਾਂ ਆਪਾਂ ਹਰੀ ਦਾ ਰੂਪ ਹੋ ਜਾਂਦੇ ਹਾਂ, ਉਸੇ ਮਾਲਕ ਦਾ ਰੂਪ ਹੋ ਜਾਂਦੇ ਹਾਂ। ਆਓ ਅਗਲਾ ਫਿਰ ਸ਼ਬਦ ਤਨਾਸਰੀ ਮਹੱਲਾ ਪੰਜਵਾਂ। ਤਨਾਸਰੀ ਰਾਗ ਦੇ ਵਿੱਚ ਮਹੱਲੇ ਪੰਜਵੇਂ ਦਾ ਸ਼ਬਦ ਹੈ। ਰਹੋ ਪੰਕਤੀਆਂ ਨੇ। ਤੁਮ ਕਰੋ ਦਇਆ ਮੇਰੇ ਸਾਈਂ, ਐਸੀ ਮਤ ਦੀਜਾ ਮੇਰੇ ਠਾਕਰ, ਸਦਾ ਸਦਾ ਤੁਧ ਧਿਆਈ। ਬੇਨਤੀ ਕੀਤੀ। ਬੇਨਤੀ ਕਿੱਥੇ ਜਾ ਕੇ ਜੀਵ ਕਰਦਾ ਹੈ? ਸੰਗਤ ਦੇ ਵਿੱਚ ਜਾ ਕੇ ਗਿਆਨ ਲੈਂਦਾ ਹੈ, ਪ੍ਰਭੂ ਦੇ ਦਰ ਤੇ ਭੇਤ ਲੈਂਦਾ ਹੈ, ਫਿਰ ਪ੍ਰਭੂ ਦੇ ਦਰ ਤੇ ਫੜ ਕੇ ਬੇਨਤੀ ਕਰਦਾ ਹੈ ਕਿ ਹੇ ਪ੍ਰਭੂ, ਹੇ ਮੇਰੇ ਸਾਈਂ, ਹੇ ਮੇਰੇ ਮਾਲਕ, ਤੂੰ ਮੇਰੇ ਤੇ ਦਇਆ ਕਰ, ਮੈਨੂੰ ਐਸੀ ਮਤ ਬਖਸ਼ਿਸ਼ ਕਰ ਦੇ, ਸਦਾ ਸਦਾ ਤੁਧ ਧਿਆਈ, ਸਦਾ ਤੈਨੂੰ ਹੀ ਧਿਆਉਂਦਾ ਰਹਾਂ। ਜਿਵੇਂ ਚੌਪੀ ਸਾਹਿਬ ਵਿੱਚ ਵੀ ਆਪਾਂ ਕਹਿੰਦੇ, ਤੂੰ ਮੈਂ ਛਾੜ ਕਰ ਕੋਈ ਆਵਰ ਨਾ ਧਿਆਉਂ, ਜੋ ਵਰ ਚਾਹੂੰ ਸੋ ਤੁਮ ਤੇ ਪਾऊं। ਕਿ ਹੇ ਪ੍ਰਭੂ, ਬਸ ਤੈਨੂੰ ਹੀ ਧਿਆਈਏ, ਤੈਨੂੰ ਧਿਆਉਂਦੇ ਰਹੀਏ, ਤੇਤੋਂ ਹੀ ਮੰਗੀਏ, ਸਭ ਕੁਛ ਤੇਤੋਂ ਕਰੀਏ। ਐਸੀ ਸਾਨੂੰ ਮਤ ਦੀ ਬਖਸ਼ਿਸ਼ ਕਰ ਦੇ ਮੇਰੇ ਪ੍ਰਭੂ, ਹੈ ਮੇਰੇ ਸਾਈਂ, ਮੇਰੇ ਤੇ ਦਇਆ ਕਰ ਕਿ ਬਸ ਤੈਨੂੰ ਹੀ ਧਿਆਉਂਦੇ ਰਹੀਏ। ਇਹ ਰਹੋ ਪੰਕਤੀਆਂ ਨੇ ਸ਼ਬਦ ਦੀਆਂ, ਕਿਉਂਕਿ ਪਰਮੇਸ਼ਰ ਧਿਆਉਣ ਦੇ ਵਿੱਚ ਹੈ, ਧਿਆਨ ਜੁੜਦਾ ਹੈ। ਦ੍ਰਿਸ਼ਟੀ ਦੁਆਰਾ ਨਜ਼ਰਾਂ ਨਾਲ ਹੀ ਸੇਵਾ ਹੁੰਦੀ ਹੈ, ਨਜ਼ਰਾਂ ਨਾਲ ਹੀ ਪ੍ਰੇਮ ਪੈਂਦਾ ਹੈ। ਪਾਣੀ ਪੱਖਾਂ ਪੀਸੋ ਸੰਤ ਆਗੈ, ਗੁਣ ਗੋਬਿੰਦ ਜਸ ਗਾਈ। ਕਹਿੰਦਾ ਐਸਾ ਸੰਤ ਜਿਹੜਾ ਗੋਬਿੰਦ ਦਾ ਜਸ ਗਾਉਂਦਾ ਹੈ, ਉਹਦੇ ਗੁਣ ਗਾਉਂਦਾ ਹੈ, ਐਸੇ ਸੰਤਾਂ ਦੇ ਅੱਗੇ ਪੱਖਾ ਪੀਸਾਂ। ਪਾਣੀ ਪੱਖਾ ਪੀਸੋ, ਪਾਣੀ ਧੋਵਾਂ ਉਹਦਾ, ਪੱਖਾ ਚੱਲਾਂ ਪੀਸਣਾ ਹੁੰਦਾ ਹੈ। ਚੱਕੀਆਂ ਨਾਲ ਪੀਸਦੇ ਸੀ, ਅੱਗੇ ਪਾਣੀ ਢੋਂਦੇ ਸੀ, ਪੱਖਾ ਚੱਲਦੇ ਸੀ। ਮਤਲਬ ਇੱਕ ਸੇਵਾ ਦਾ ਦੱਸਿਆ ਵੀ ਏਦਾਂ। ਪਰ ਇੱਥੇ ਆਪਾਂ ਕੀ ਕਰਨਾ ਹੁੰਦਾ ਹੈ? ਇਹ ਸਾਰੀ ਸੇਵਾ ਕੀ ਹੈ? ਸੰਤ ਦੀ ਨਾਮ ਤੇ ਆਉਣਾ। ਸੰਸਾਰੀ ਉਦਾਹਰਨ ਦਿੱਤੀ ਸੀ, ਕਿਉਂਕਿ ਲੋਕ ਸੰਤਾਂ ਦੀ ਸੇਵਾ ਜਾ ਕੇ ਕਰਦੇ ਸੀ। ਕੋਈ ਪੱਖਾ ਚੱਲਦਾ ਸੀ, ਕੋਈ ਪਾਣੀ ਢੋਂਦਾ ਸੀ, ਕੋਈ ਪੀਸਦਾ ਸੀ ਚੱਕੀਆਂ ਦੇ ਨਾਲ। ਪਰ ਨਾ, ਸਭ ਤੋਂ ਵੱਡੀ ਸੇਵਾ ਜਿਹੜੀ ਸਾਨੂੰ ਦੱਸੀ ਹੈ ਨਾਮ ਤੇ ਆਉਣ ਦੀ। ਅੱਜ ਦੇ ਸਮੇਂ ਦੇ ਵਿੱਚ ਨਾ ਸਾਨੂੰ ਪੱਖੇ ਵੀ ਬਿਜਲੀ ਨਾਲ ਚੱਲਦੇ ਨੇ, ਪਾਣੀ ਦੀ ਵੀ ਮੋਟਰਾਂ ਲੱਗੀਆਂ ਨੇ, ਘਰ ਟੂਟੀਆਂ ਨੇ, ਤੇ ਚੱਕੀਆਂ ਵੀ ਬਿਜਲੀ ਨਾਲ ਚੱਲਦੀਆਂ, ਮੋਟਰਾਂ ਨਾਲ ਚੱਲਦੀਆਂ ਨੇ। ਐਸਾ ਕੋਈ ਕੰਮ ਨਹੀਂ ਹੈ। ਲੇਕਿਨ ਅੱਜ ਵੀ ਆਪਾਂ ਨਾਮ ਤੇ ਆ ਕੇ ਸਾਰਾ ਕੁਛ ਹੀ ਆ ਜਾਂਦਾ, ਜਦੋਂ ਅਸੀਂ ਸੰਤਾਂ ਦਾ, ਸੰਤ ਕੀ ਸੇਵਾ ਨਾਮ ਤੇ ਆਈਏ। ਨਾਮ ਤੁਲ ਕਾ ਸ਼ਾਵਰ ਨਾ ਹੋਏ, ਕਿਉਂਕਿ ਨਾਮ ਦੇ ਬਰਾਬਰ ਕੁਛ ਨਹੀਂ। ਜੇ ਤੁਸੀਂ ਨਾਮ ਤੇ ਆ ਲਿਆ ਸੰਤ ਦਾ ਸੰਗ ਕਰਕੇ, ਸਾਰਾ ਵਿੱਚ ਹੀ ਪ੍ਰਵਾਨ ਹੋ ਜਾਂਦਾ ਹੈ। ਪਰ ਐਸਾ ਸੰਤ ਕਿਹੜਾ? ਗੁਣ ਗੋਬਿੰਦ ਜਸ ਗਾਈ, ਜਿਹੜਾ ਗੁਣ ਪ੍ਰਭੂ ਦੇ ਗੁਣ ਗਾਉਂਦਾ ਹੈ, ਪਰਮੇਸ਼ਰ ਦੀ ਗੋਬਿੰਦ ਦਾ ਜਸ ਕਰਦਾ ਹੈ। ਸਾਸ ਸਾਸ ਮਨ ਨਾਮ ਸਮਾਰਿਆ, ਇਹ ਬਿਸਰਾਮ ਨਿਤ ਪਾਈ। ਕਹਿੰਦੇ ਐਸੇ ਸੰਤਾਂ ਦੇ ਕੋਲ ਜਾ ਕੇ ਜਦੋਂ ਸੇਵਾ ਕੀਤੀ, ਫਿਰ ਮਨ ਨੇ ਸਾਸ ਕਿਉਂਕਿ ਉਹਨਾਂ ਗਿਆਨ ਦਿੰਦੇ ਨੇ
ਕਿਵੇਂ ਆਰਾਧਨਾ ਹੈ। ਸਭ ਤੋਂ ਪਹਿਲਾਂ ਅਸੀਂ ਕਿੱਥੇ ਧਿਆਨ ਲਾਉਂਦੇ ਹਾਂ? ਜਿੱਥੋਂ ਸਾਨੂੰ ਸੁਆਸ ਆਉਂਦਾ ਹੈ। ਪੂਰੇ ਗੁਰ ਕਾ ਸੁਣ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ, ਸਾਥ ਸਾਥ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਤ। ਸਭ ਤੋਂ ਪਹਿਲਾਂ ਕਿੱਥੇ ਧਿਆਉਣਾ? ਜਿੱਥੋਂ ਸੁਆਸ ਆਉਂਦਾ, ਇੱਥੇ ਧਿਆਨ ਲਾਉਣ ਦਾ ਸੰਤ ਜਨ ਸਾਨੂੰ ਭੇਜ ਦਿੰਦੇ ਨੇ। ਉਹ ਦਰ ਦਾ ਗਿਆਨ ਦਿੰਦੇ ਨੇ ਜਿਸ ਦਰ ਤੋਂ ਆਪਾਂ ਪ੍ਰਭੂ ਨੂੰ ਪਾਉਣਾ ਹੈ, ਜਿਸ ਨੂੰ ਆਪਾਂ ਪੜ੍ਹਦੇ ਹਾਂ। ਆਵੋ ਸੰਤ ਪਿਆਰਿਓ, ਆਕਥ ਕੀ ਕਰੈ ਕਹਾਣੀ, ਕਰੈ ਕਹਾਣੀ ਆਕਥ ਕੇਰੀ, ਕਿਤ ਦੁਆਰਾ ਪਾਈਐ। ਉਹ ਦੁਆਰਾ ਕਿਹੜਾ ਹੈ? ਉਹ ਸੋ ਦਰਸ ਕਿਹਾ, ਸੋ ਕਰ ਕਿਹਾ, ਜਿਤ ਬੈ ਸਰਬ ਸੰਭਾਲੇ। ਜਿੱਥੋਂ ਸਾਰਿਆਂ ਨੂੰ ਸੰਭਾਲਦਾ। ਕਿਵੇਂ ਸੰਭਾਲਦਾ ਹੈ? ਸਭ ਸੇ ਨੋ ਕਿਰਪਾਲ ਸੰਭਾਲੇ ਸਾਹੇ ਸਾਹੇ। ਸਾਰਿਆਂ ਨੂੰ ਸਵਾਸ ਦੇ ਕੇ ਜਿੰਦਾ ਰੱਖਦਾ। ਇੱਥੇ ਪ੍ਰਾਣ ਆਧਾਰ ਬਣਾ ਲੈਂਦੇ ਹਾਂ। ਸੰਤ ਜਨਾਂ ਸਾਨੂੰ ਇਹ ਗਿਆਨ ਦਿੰਦੇ ਨੇ ਤੇ ਇੱਥੇ ਹੀ ਫਿਰ ਮਨ ਟਿਕਾ ਦੇ ਵਿੱਚ ਆ ਜਾਂਦਾ। ਇੱਥੇ ਹੀ ਨਾਮ ਨਿਧੀ ਪ੍ਰਾਪਤੀ ਹੁੰਦੀ ਹੈ। ਸਾਸ ਸਾਸ ਮਨ ਨਾਮ ਸਮਾਰੈ, ਇਹ ਵਿਸਰਾਮ ਨਿਧ ਪਾਈ। ਇੱਥੇ ਮਨ ਵਿਸਰਾਮ ਕਰਦਾ, ਦਰ ਤੇ ਬੈਠਦਾ। ਇੱਥੋਂ ਪ੍ਰਭੂ ਸਾਨੂੰ ਨਾਮ ਧਨ ਬਖਸ਼ਿਸ਼ ਕਰ ਦਿੰਦਾ ਹੈ। ਇਹਦਾ ਪ੍ਰਾਪਤ ਕੀਤਾ। ਤੁਮਰੀ ਕਿਰਪਾ ਤੇ ਮੋਹ ਮਨ ਛੁਟੈ, ਬਿਨ ਸਜਾਈ ਪਰਮਾਹੀ। ਉਸ ਦੀ ਕਿਰਪਾ ਹੋਈ, ਸੰਤਾਂ ਦਾ ਸੰਗ ਕੀਤਾ, ਕਿਉਂਕਿ ਸੰਤਾਂ ਦੁਆਰਾ ਗਿਆਨ ਦਿੰਦਾ ਹੈ। ਤੇ ਅੰਦਰੋਂ ਮੋਹ ਖਤਮ ਹੋ ਗਿਆ, ਹੰਕਾਰ ਖਤਮ ਹੋ ਗਿਆ, ਭਰਮ ਦੂਰ ਹੋ ਗਿਆ। ਬਿਨ ਸਜਾਏ, ਜਿਹੜਾ ਭਰਮ ਸੀ ਮਨ ਦੇ ਵਿੱਚ, ਸਾਰੇ ਬਿਨਸ ਗਏ। ਅਨੰਤ ਰੂਪ ਰਵਿਓ ਸਭ ਮੱਦੇ, ਜਤ ਕਤ ਪੇਖੋਂ ਜਾਈ। ਕਹਿੰਦੇ ਕੀ ਹੋਇਆ? ਦੇਖਿਆ ਉਹ ਤਾਂ ਸਾਰਿਆਂ 'ਚ ਵਸਦਾ ਹੈ। ਉਹ ਤਾਂ ਆਨੰਦ ਰੂਪ, ਪ੍ਰਕਾਸ਼ ਰੂਪ ਹੈ। ਜਿੱਥੇ ਵੀ ਦੇਖਦੇ ਉੱਥੇ ਹੀ ਵਸਦਾ ਹੈ। ਜਿੱਥੇ ਵੀ ਜਾਂਦੇ ਦੇਖਦੇ ਉੱਥੇ ਹੀ ਮੌਜੂਦ ਹੈ। ਸਾਰਿਆਂ 'ਚ ਉਸ ਦੀ ਜੋਤ ਹੈ। ਕਿਉਂਕਿ ਜਦੋਂ ਅਸੀਂ ਆਪਣੇ ਅੰਦਰ ਜੋਤ ਨੂੰ ਜਾਣ ਲਿਆ, ਉਹ ਜੋਤ ਸਾਰਿਆਂ ਦੇ ਵਿੱਚ ਹੈ, ਉੱਥੇ ਹੈ। ਉਹ ਦੇਖ ਲਿਆ। ਕਹਿੰਦੇ ਤੁਮ ਦਿਆਲ ਕਿਰਪਾਲ, ਕਿਰਪਾ ਨਿਤ ਪਤਿਤ ਪਾਵਨ ਗੋਸਾਈ। ਕਿ ਹੇ ਪ੍ਰਭੂ, ਤੁਝ ਤੋਂ ਦਿਆਲੂ ਹੋ, ਤੁਝ ਤੋਂ ਕਿਰਪਾਲੂ ਹੋ, ਕਿਰਪਾ ਦਾ ਖਜ਼ਾਨਾ ਹੋ। ਤੁਸੀਂ ਤਾਂ ਪਤਿਤਾਂ ਨੂੰ ਪਾਵਨ ਕਰਨ ਵਾਲੇ ਮਾਲਕ ਹੋ। ਕਿਉਂਕਿ ਜਦੋਂ ਤਾਂ ਹੀ ਆਪਾਂ ਕਹਿ ਸਕਦੇ, ਜਦੋਂ ਸਾਨੂੰ ਕਿਸੇ ਜੀਵ ਨੂੰ ਪ੍ਰਭੂ ਪਵਿੱਤਰ ਬਣਾ ਦਿੰਦਾ ਹੈ, ਕਿ ਤੁਸੀਂ ਮੇਰੇ ਵਰਗੇ ਕੁਚੀਲ ਨੂੰ ਵੀ ਪਵਿੱਤਰ ਬਣਾ ਦਿੱਤਾ। ਤੁਝ ਤੋਂ ਦਿਆਲੂ ਹੋ, ਕਿਰਪਾਲੂ ਹੋ। ਬੇਨਤੀ ਦਰ ਤੇ ਕੀਤੀ ਤੇ ਪ੍ਰਭੂ ਪ੍ਰਵਾਨ ਕਰ ਲੈਂਦਾ ਹੈ। ਕੋਟ ਸੂਖ ਆਨੰਦ ਰਾਜ ਪਾਏ, ਮੁਖ ਤੇ ਨਿਮਖ ਬੁਲਾਈ। ਇੱਕ ਨਿਮਖ ਮੁਖ ਤੋਂ ਗਿਆਨ ਦੇ ਕੇ ਤੁਸੀਂ ਸਾਨੂੰ ਐਸੀ ਕਿਰਪਾ ਕਰ ਦਿੱਤੀ ਕਿ ਸਾਨੂੰ ਕਰੋੜਾਂ ਸੁੱਖ ਬਖਸ਼ਿਸ਼ ਕਰ ਦਿੱਤੇ, ਆਨੰਦ ਰਾਜ ਪ੍ਰਾਪਤ ਕਰ ਦਿੱਤੇ। ਇੱਕ ਨਿਮਖ ਗੁਣ ਗਾਉਣ ਦੇ ਨਾਲ ਕਰੋੜਾਂ ਬੈਕੁੰਠ ਪ੍ਰਾਪਤ ਹੋ ਜਾਂਦੇ ਨੇ। ਸਰਬ ਬੈਕੁੰਠ ਮੁਕਤ ਮੋਖ ਪਾਏ, ਏਕ ਨਿਮਖ ਹਰ ਕੇ ਗੁਣ ਗਾਏ। ਅਨੇਕ ਰਾਜ ਭੋਗ ਵਡਿਆਈ, ਹਰ ਕੇ ਨਾਮ ਕੀ ਕਥਾ ਮਨ ਪਾਈ। ਜਿਨ੍ਹਾਂ ਨੂੰ ਹਰੀ ਦੇ ਨਾਮ ਦੀ ਕਥਾ ਪਾ ਗਈ, ਸਮਝ ਲਓ ਉਹਨਾਂ ਨੂੰ ਅਨੇਕ ਰਾਜ ਭੋਗ ਵਡਿਆਈਆਂ ਪ੍ਰਾਪਤ ਹੋ ਗਈਆਂ। ਬਹੁ ਭੋਜਨ ਕਾਪਰ ਸੰਗੀਤ ਰਸਨਾ ਜਪਤੀ, ਹਰ ਹਰ ਨੀਤ ਭਲੀ ਸੁਕਰਨੀ ਸੋਭਾ ਧਨਵੰਤ, ਹਿਰਦਾ ਵਸੈ ਪੂਰਨ ਗੁਰਮੰਤ। ਸਾਧ ਸੰਗ ਪ੍ਰਭ ਦੇਹੋ ਨਿਵਾਸ, ਸਰਬ ਸੁਖ ਨਾਨਕ ਪ੍ਰਕਾਸ਼। ਜਦੋਂ ਪ੍ਰਕਾਸ਼ ਹੋ ਜਾਂਦਾ, ਸਾਰੇ ਸੁੱਖ ਪ੍ਰਾਪਤ ਹੋ ਜਾਂਦੇ ਨੇ ਸਾਧੂ ਜਨਾਂ ਦਾ ਸੰਗ ਕਰਕੇ। ਸੋ ਇਸ ਤਰੀਕੇ ਨਾਲ ਕਹਿੰਦੇ ਸਾਰਾ ਕੁਛ ਹੀ ਪ੍ਰਾਪਤ ਹੋ ਗਿਆ। ਜਾਪ ਤਾਪ ਭਗਤ ਸਾ ਪੂਰੀ, ਜੋ ਪ੍ਰਭ ਕੇ ਮਨ ਭਾਈ। ਜਦੋਂ ਪ੍ਰਭੂ ਦੇ ਮਨ ਨੂੰ ਪਾ ਜਾਂਦੇ, ਪ੍ਰਭੂ ਨੂੰ ਪਾ ਜਾਂਦੇ ਹਾਂ, ਉੱਥੇ ਹੀ ਫਿਰ ਸਾਡਾ ਸਾਰਾ ਕੁਛ ਪੂਰਾ ਹੋ ਜਾਂਦਾ। ਉੱਥੇ ਜਾਪ ਤਾਪ ਸਭ ਕੁਛ ਜਦੋਂ ਪ੍ਰਭੂ ਨੂੰ ਪਾ ਜਾਂਦੇ, ਗਿਆਨ ਲੈ ਕੇ ਜਦੋਂ ਮਨ ਪ੍ਰਭੂ ਦੇ ਨਾਲ ਜੁੜ ਜਾਂਦਾ, ਚਰਨਾਂ ਜੁੜ ਜਾਂਦਾ ਹੈ, ਉਸ ਦੇ ਵਿੱਚ ਸਭ ਕੁਛ ਸਾਡਾ ਸਿਮਰਨ ਆ ਜਾਂਦਾ ਹੈ। ਨਾਮ ਜਪਤ ਤ੍ਰਿਸ਼ਨਾ ਸਭ ਬੁਝੀ ਹੈ, ਨਾਨਕ ਤ੍ਰਿਪਤ ਆਗਾਈ। ਕਹਿੰਦੇ ਨਾਮ ਜਪਣ ਦੇ ਨਾਲ ਮਨ ਦੀ ਤ੍ਰਿਸ਼ਨਾ ਸਾਰੀ ਬੁਝ ਗਈ ਹੈ, ਕਿਉਂਕਿ ਮਨ ਨਾਮ ਜਪਣ ਦੇ ਨਾਲ ਤ੍ਰਿਪਤ ਹੋ ਗਿਆ ਹੈ, ਰਜ ਗਿਆ ਹੈ। ਮਨ ਦੀ ਤ੍ਰਿਸ਼ਨਾ ਖਤਮ ਹੋ ਗਈ ਹੈ। ਪਰ ਜੇ ਮੰਗਿਆ ਕਿ ਨਾਮ, ਇਹ ਪ੍ਰਭੂ ਐਸੀ ਮਤ ਦੇ ਕਿ ਬਸ ਤੈਨੂੰ ਤੇ ਆਉਂਦੇ ਰਵਾਂ। ਕਿਉਂਕਿ ਜਦੋਂ ਪ੍ਰਭੂ ਨੂੰ ਹੀ ਮੰਗ ਲਿਆ, ਉਹ ਹੀ ਮਿਲ ਗਿਆ, ਫਿਰ ਸਾਰਾ ਕੁਛ ਹੀ ਮਿਲ ਗਿਆ।
पर कौन किन्ने को ने जिहड़े ऐसा मंगदे ने, क्योंकि मंगदे की ने संसारी वस्तां। सतगुरां दे अगे खड़ के मंगदे की ने संसारी वस्तां, सुख मंगदे ने, धन दौलत मंगदे ने। प्रभु नूं कौन मंगदा है? पर जिहड़े प्रभु नूं मंगदे ने उन्हां नूं प्रभु मिल जांदा है। जिहड़े होर वस्तां मंगदे ने, वस्तां तां मिल जांदियां पर सुख नहीं मिलता, क्योंकि वस्तां दे विच सुख नहीं है। इसे करके सतगुरु समझाउंदे ने, बिन तुद होर जे मंगना, सिर दुखां के दुख, दे नाम संतोखिया, उतरै मन की भुख। सो प्यारिओ, आओ हुण आपां भी भेत लैना है। आपां भी प्रभु ते इक्को ही चीज़ मंगनी है कि हे प्रभु ऐसी किरपा करो कि तैनूं त्याउंदे रही। जे कुछ लोड़ भी है किसे तो ना मंगीए, ते तो ही मंगीए, क्योंकि जदों प्रभु दे नाल मिलाप हो गया, सातों मंगिया नहीं जाना कुछ भी। सानू पता की मंगांगे, वो बिन बोलिया जानता है, क्योंकि उसे दी दिती है रसना, उसे ने दिती। जिन्हें रसना दिती वो क्या रसना बोलन तो पहला जान नहीं सकता। मैं समझाउंदे ने, बहुता बोलन चखण होए, बिन बोले जाने सब सोए। जिन कन कीते अखी नाक, जिन जेबा दिती बोले तात। जिन मन राखे अग्नि पाहे, बाजे पवन आखे सब जाए। फिर जी मंग नहीं सकता, क्योंकि प्रभु मंगण तो पहला जानता है। मंगदे उदों तक है जदों तक परम है। कोई ऐदा मंगदा, कोई स्पीकर ला ला के अरदासां करके मंगदा है। इत्थे आपां ये समझ सकते कि असीं गुरसाहिब दी बेअदबी ही करते हाँ, कि उसके बचनां नूं नहीं मनदे। सौ प्यारो, आपां किवें मंगना है? किसी नूं पता भी ना लगे ते आपां मंग भी लेना है। किस दर ते मंगना है? आपां मन नूं उस दर ते लैके जाना, ध्यान नूं उस दर ते लैके जाना है, क्योंकि पहला मन नूं ध्यान धरना है। प्रथम धरो भगवत को ध्याना, बहुर करो कविता विदनाना। पहला ध्यान धरना है, अपनी दृष्टि नूं, दोनों नेत्रां नूं इस पॉइंट से आपां लैके आउणा है, क्योंकि ये दर है जिथों सानूं श्वास दे के पालदा है। आपां इस दर नूं भुल गए। आपां किवें चलदे हां? साडा ध्यान सीधा चलदा है, हंकारी हो गया है। अपने दर नूं, अपने घर नूं भुल गया है। दर घर दी इसनूं खबर नहीं है। हुण आपां की करना? जिहड़ा ये मार्ग छड्डना, हंकार दा मार्ग छड्डना है, आपां इस मार्ग नूं चलना है। दोनों नेत्रां नूं इस पॉइंट ते सम करना है। जिवें ईवड़ी अखर है, ईड़ी अखर अपना दो तो एक होना है। इत्थे आपां अपने आप नूं देखना है। इत्थे सानूं अपने आप दा ज्ञान होना शुरू होएगा। जदों आपां इस पॉइंट ते देखांगे, आपां सब तो पहलां ये देखना है कि सानूं अपना नक दिस रहा है कि जां नहीं दिसदा। जे आपां एक दृष्ट होवांगे, इत्थे ध्यान लावांगे, नक नहीं दिसेगा। जिहड़ा एक दृष्ट है, जिहड़ा दो दृष्टि है, उसनूं अपना नक दिसेगा। जे दिसेगा फिर आपां देखना हुंदा भी किस पासे तो दिसदा है, क्योंकि ध्यान किसी जीव का सज्जे हुंदा है इस पासे, किसी का इस पासे, किसी का सामने। जे किसी जीव का ध्यान ज़्यादा सज्जे रहिंदा है, उसनूं अपना नक सज्जे पासों ही दिसेगा। जे किसी जीव का ध्यान ज़्यादा खब्बे रहिंदा है, उसनूं अपना नक खब्बे पासों ही दिसेगा। जिसका ध्यान सामने रहिंदा है, विचाले रहिंदा, उसनूं अपना नक दोनों पासे तो दिसेगा। ते जिहड़ा एक दृष्ट हुंदा है, उसनूं नक नहीं दिसदा। ते जिन्हां दा मन प्रकाश हो जांदा, उन्हां नूं अपना नक ट्रांसपेरेंट दिसना शुरू हो जाता है, शीशे दी न्याई हो जाता है, हीरे की तरह चमकन लग जाता है। उत्थे साडी जोत प्रगट हो जाती है। उस जोत नूं पहचान के असीं सामने प्रकाश नूं पहचान लेंदे हाँ। सो आपां की करना है? आपां पहला इस पॉइंट ते देखांगे, मेरे वाल देख लो। इस पॉइंट ते देखांगे कि नक दिसदा जां नहीं दिसदा। जिस दिसदा तां किस पासों दिसदा, सज्जे खब्बे जां दोनों पासे। क्यों देखदे आपां? क्योंकि सानूं फिर आपां ध्यान लगावांगे। ध्यान लगा के वापस आके देखना है आपां कि साडी दृष्टि दे विच बदला आया। ध्यान लगाउण दे नाल कुछ साडी दृष्टि दे विच
बदला आया है, तब्दीली आई है, ਤਾਂ ਹੀ ਸਾਨੂੰ पता लगेगा जे ਆਪਾਂ ਪਹਿਲਾਂ ਧਿਆਨ ਨਾਲ ਆਪਣੇ ਆਪ ਨੂੰ ਦੇਖਿਆ ਹੋਏਗਾ। ਸੋ ਇਸ ਕਰਕੇ ਇੱਥੇ ਦੇਖ ਕੇ ਆਪਣੇ ਆਪ ਨੂੰ ਦੇਖਾਂਗੇ ਕਿ ਨੱਕ ਦਿਸਦਾ ਜਾਂ ਨਹੀਂ ਦਿਸਦਾ। ਜੇ ਦਿਸਦਾ ਕਿਸ ਪਾਸਿਓਂ ਦਿਸਦਾ, ਸੱਜੇ ਖੱਬੇ ਜਾਂ ਦੋਨੋਂ ਪਾਸੇ। ਇੱਥੋਂ ਫਿਰ ਮੈਂ ਆਪ ਜੀ ਨੂੰ ਆਵਾਜ਼ ਦੇਵਾਂਗਾ ਕਿ ਧਿਆਨ ਸਾਹਮਣੇ ਲੈ ਕੇ ਆਓ। ਆਪਾਂ ਇੱਥੋਂ ਸਾਹਮਣੇ ਦੇਖਣਾ ਹੈ। ਇੱਥੋਂ ਫਿਰ ਮੈਂ ਆਪ ਜੀ ਨੂੰ ਆਵਾਜ਼ ਦੇਵਾਂਗਾ ਕਿ ਧਿਆਨ ਮਸਤਕ ਦੇ ਸਾਹਮਣੇ ਲੈ ਜਾਓ। ਪਲਕਾਂ ਉੱਤੇ ਚੁੱਕ ਦਿਓ ਇੱਧਰ ਨੂੰ, ਮਸਤਕ ਦੇ ਸਾਹਮਣੇ, ਉੱਪਰ ਨਹੀਂ ਲੈ ਕੇ ਜਾਣਾ, ਇੱਧਰ। ਇਹ ਤੋਂ ਫਿਰ ਮੈਂ ਆਵਾਜ਼ ਦੇਵਾਂਗਾ ਕਿ ਧਿਆਨ ਸਾਹਮਣੇ ਲੈ ਆਓ। ਫਿਰ ਵਾਪਸ ਸਾਹਮਣੇ ਦੇਖਾਂਗੇ। ਫਿਰ ਜਦੋਂ ਕਵਾਂਗਾ ਨੱਕ ਤੇ ਸਮ ਕਰਕੇ ਦੇਖੋ, ਫਿਰ ਇਸ ਪੁਆਇੰਟ ਤੇ ਦੇਖਾਂਗੇ। ਇਹ ਆਪਣਾ ਗਿਆਨ ਦਾ ਸੁਰਮਾ ਨੇਤਰਾਂ ਦੇ ਵਿੱਚ ਧਿਆਨ ਦਾ ਦੇਖਣ ਦਾ। ਵਾਪਸ ਆ ਕੇ ਦੇਖਾਂਗੇ, ਆਪਾਂ ਵਿਸ਼ਵਾਸ ਨਾਲ ਇਹ ਕਰਾਂਗੇ, ਨੱਕ ਨਹੀਂ ਨਜ਼ਰ ਆਏਗਾ। ਇਸ ਪਾਸੇ ਇੱਕ ਹਲਕੀ ਪਰਛਾਈ ਜੀ ਨਜ਼ਰ ਆ ਸਕਦੀ, ਕਿਉਂਕਿ ਇਹ ਸੱਜੀ ਦ੍ਰਿਸ਼ਟੀ ਨੇ ਇੱਧਰ ਆਉਣਾ ਹੈ। ਇਸ ਦ੍ਰਿਸ਼ਟੀ ਨੇ, ਨੇਤਰ ਨੇ ਇਹ ਨੇਤਰ 'ਚ ਸਮਾਉਣਾ, ਇੱਕ ਦ੍ਰਿਸ਼ਟ ਹੋਣਾ ਹੈ। ਫਿਰ ਆਪਾਂ ਇੱਕ ਦ੍ਰਿਸ਼ਟ ਹੋ ਕੇ ਦੇਖਾਂਗੇ। ਇਸ ਪਾਸੇ ਇੱਕ ਹਲਕਾ ਪਰਛਾਵਾਂ ਜਿਹਾ ਦਿਸ ਸਕਦਾ ਹੈ ਸਾਨੂੰ। ਉਸ ਤੋਂ ਬਾਅਦ ਆਪਾਂ ਧਿਆਉਣਾ ਸ਼ੁਰੂ ਕਰਾਂਗੇ। ਨੀਚੇ ਦਾ ਅਭਿਆਸ ਹੈ। ਜਦੋਂ ਅਭਿਆਸ ਕਰਾਂਗੇ ਆਪਾਂ ਦੇਖਾਂਗੇ ਸਾਨੂੰ ਆਪਣਾ ਨੱਕ ਟਰਾਂਸਪੇਰੈਂਟ ਦਿਸਣਾ ਸ਼ੁਰੂ ਹੋ ਜਾਏਗਾ, ਪ੍ਰਕਾਸ਼ ਦਿਸਣਾ ਸ਼ੁਰੂ ਹੋ ਜਾਏਗਾ, ਆਰ ਪਾਰ ਦਿਸਣਾ ਸ਼ੁਰੂ ਹੋ ਜਾਏਗਾ। ਨੱਕ ਤੇ ਇੱਕ ਸ਼ੀਸ਼ੇ ਦੀ ਤਰ੍ਹਾਂ ਹੋ ਜਾਏਗਾ। ਉਹ ਸਾਡੀ ਸੁਖਮਨਾ ਪ੍ਰਗਟ ਹੋ ਜਾਂਦੀ। ਉਸ ਨੂੰ ਪਹਿਚਾਣ ਕੇ ਆਪਾਂ ਸਾਹਮਣੇ ਦੇਖਾਂਗੇ, ਕੋਈ ਪ੍ਰਕਾਸ਼ ਸਾਨੂੰ ਸਾਰੇ ਪਾਸੇ ਅਨੁਭਵ ਹੋਏਗਾ। ਕਿਉਂਕਿ ਆਪਣੇ ਸਰੀਰ 'ਚ ਜੋਤ ਹੈ, ਸੁਖਮਨਾ ਹੈ। ਉਸ ਸੁਖਮਨਾ ਨੂੰ ਪਹਿਚਾਨਣਾ ਹੈ। ਜਾਤ ਮੈਂ ਜੋਤ, ਜੋਤ ਮੈਂ ਜਾਤਾ, ਅਕਲ ਕਲਾ ਭਰਪੂਰ ਹੈ। ਫਿਰ ਸਾਰੇ ਪਾਸੇ ਸਾਨੂੰ ਪਰਮ, ਕਿਉਂਕਿ ਪਰਮ ਦੂਰ ਹੋ ਜਾਏਗਾ, ਸਾਨੂੰ ਪਹਿਚਾਨ ਹੋ ਜਾਏਗੀ। ਆਪਣੇ ਆਪ ਦੀ ਪਹਿਚਾਨ ਕਰਕੇ ਆਪਣੀ ਜੋਤ ਦੀ, ਫਿਰ ਸਾਨੂੰ ਗਿਆਨ ਹੋਏਗਾ। ਫਿਰ ਸਾਰੇ ਪਾਸੇ ਸਾਨੂੰ ਅਨੁਭਵ ਹੋਏਗਾ। ਸੋ ਆਓ ਪਿਆਰਿਓ, ਆਓ ਪਹਿਲਾਂ ਨੱਕ ਤੇ ਸਮ ਕਰਕੇ ਆਪਣੇ ਆਪ ਨੂੰ ਦੇਖੀਏ ਕਿ ਨੱਕ ਦਿਸਦਾ ਹੈ ਜਾਂ ਨਹੀਂ ਦਿਸਦਾ। ਜੇ ਦਿਸਦਾ ਕਿਸ ਪਾਸੇ ਤੋਂ ਦਿਸਦਾ ਹੈ, ਆਓ ਧਿਆਨ ਲਗਾਈਏ। सामने लेके आइए, ध्यान सामने देखिए। मस्तक दे सामने लै जो ध्यान, पलका उत्ते चुको। फिर सामने लेके आइए, सामने देखिए। फिर नक ते सम करके देखिए, फिर नक ते ला के देखिए ध्यान। हुण देखना यही है, जे किसी नूं नक दिसदा सी पहला, चाहे सज्जे दिखदा सी चाहे खब्बे चाहे दोनों पासे, हुण आपां देखना है कि हुण सानूं नक दिसणों हट गया। जां खब्बे पासे सानूं हल्की जी परछाई महसूस हो सकती है, एक परछाई जी सानूं अनुभव हो सकती है, क्योंकि इसे पासे फिर आपां त्यावांगे सानूं प्रकाश अनुभव होना, ट्रांसपेरेंट इस पासे सानूं अनुभव होना है खब्बे पासे।
नीचे लै जाओ हुण ध्यान। नीचे जिथे आपां बैठे थल्ले कपड़ा वगैरह विछिया उस तो थोड़ा उपर देखण दी कोशिश करांगे कपड़े तो। इत्थे सानू प्रकाश अनुभव होना शुरू होएगा। सानू इहदा अनुभव होना शुरू हो जाएगा कि साडे इस कपड़े दे उत्ते पानी दी लहरां चलदियां ने। एक चिलमिल चिलमिल अनुभव होनी शुरू हो जाएगी, जिवें सरोवर दे विच लहरां हुंदियां ने। इवें सानू इत्थे अनुभव होना शुरू हो जाता है। प्रकाश लेकिन हुंदा जल्दी नहीं है, अनुभवी प्रकाश है। उसनू आपां ध्याना है, उस विच ध्यान ला के रखना है, क्योंकि वो प्रकाश का रंग साडे मुख ते चढ़ना है, साडे मुख ने उज्जल होना है। फिर नक ते सम करके देखिए अपने आप नू। फिर नक ते दृष्टि सम करके अपने आप नू देखिए। फिर ध्यान नीचे ले जाइए।
फिर सम करके अपने आप नू देखिए। फिर ध्यान नीचे ले जाइए, बिल्कुल रिलैक्स देखना है। पहला आप नीचे वाला ही अभ्यास ज़्यादा देर करना होता है, जब तक मुख खुजल नहीं हो जाता अपना, आप नीचे वाला अभ्यास करते रहना होता है, क्योंकि साड़ी दृष्टि निर्मल हो जाएगी। फिर सारे पासे सानू प्रकाश अनुभव होएगा। नीचे सौखा है, सामने रोकना औखा है। पहला पहला ध्यान फिर सम करके अपने आप नू देखिए। दृष्टि सम करके अपने आप नू देखिए। आपे दी पहचान करनी पहला। जिस दिन आपे दी पहचान हो गई सानू, उस दिन प्रभु की पहचान हो जाती है। मैं समझाते ने आप पछाण है हर मिले। फिर नीचे ले जाइए ध्यान, बिल्कुल रिलैक्स।
फिर सम करके अपने आप को देखिए, फिर दृष्टि नक ते टिका के अपने आप को देखिए। वाहिगुरु जी का खालसा, वाहिगुरु जी की फतेह। सो गुरमुख प्यारिओ, इस तरीके दे नाल जदों आपां अभ्यास करांगे अपने आप दा ते नीचे, ਉਹਦੇ ਨਾਲ ਕੀ ਹੋਏਗਾ कि सानू अपना मुख प्रकाश हो जाएगा। सानू पहला इस पासे नक ट्रांसपेरेंट दिसना शुरू होएगा, फिर आपां सामने देखना शुरू करांगे, सानू वही प्रकाश हर पासे अनुभव होएगा। फिर वो प्रकाश का रंग साढ़े मुख ते चढ़ जाएगा, साडा सारा मुख उजल हो जाएगा। आपां अपने आप नूं देखांगे, सानू अनुभव होएगा कि साडा ये गर्दन तो ऊपर जिहड़ा सिर है सारा प्रकाश हो चुका है। आप प्रकाश रूप हो जाएंगे। परमेश्वर भी प्रकाश रूप है, साडा मुख भी उज्जल हो जाएगा, प्रकाश रूप हो जाएगा, ते एक रूप हो जावांगे। उत्थे महाराज समझाउंदे ने, नानक गुरमुख आप पछाणै प्रभ जैसे अविनाशी। सो इस तरीके नाल साडा जिहड़ा ये मनुखा जन्म है सफल हो जाता, प्रवान हो जाते हाँ। सो आओ इन्नी क विचार करते हैं, बहुत सारिया भुलां हो जांदियां हन। आप संगत सतगुरु जी बख्शण जोग हो, बख्श लेना जी। वाहिगुरु जी का खालसा, वाहिगुरु जी की फतेह।